ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਪੇਸ਼ ਕਰਨ ਦਾ ਵੇਲਾ ਫੇਰ ਹੋ ਚੱਲਿਆ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ। ਹਰ ਰੋਜ਼ ਦੀ ਤਰ੍ਹਾਂ ਹੀ ਪਹਿਲਾਂ ਮੌਸਮ ਦੀ ਹਾਲ ਬਿਆਨੀ ਤੇ ਫਿਰ ਕਰਾਂਗੇ ਅਗਲੀਆਂ ਗੱਲਾਂ ਬਾਤਾਂ। ਸਵਾਗਤ ਵੀ ਹਰਮਨ ਜੀ ਦਾ ਬਾਅਦ ਦੇ ਵਿੱਚ ਕਰਾਂਗੇ। ਮੌਸਮ ਇਹ ਜੀ ਪੰਜਾਬ ਦਾ ਕਿ ਗਰਮੀ ਆ। ਜਦੋਂ ਤੱਕ ਅਸੀਂ ਇਸ ਵੇਲੇ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਤੇ ਮੌਸਮ ਵਿਭਾਗ ਕਹਿ ਦਿੰਦਾ ਵੀ ਯੈਲੋ ਅਲਰਟ ਜਾਰੀ ਆ। ਮਤਲਬ ਇਹ ਆ ਵੀ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ। ਮੀਂਹ ਨਾ ਪਵੇ ਜਾਂ ਜਿੱਥੇ ਜਿੱਥੇ ਨਹੀਂ ਪਿਆ ਉੱਥੇ ਉੱਥੇ ਹੀ ਪਵੇ, ਇਹਦੀ ਤਾਂ ਅਸੀਂ ਕਾਮਨਾ ਕਰਦੇ ਹਾਂ। ਕਿਉਂਕਿ ਇਸ ਵੇਲੇ ਫਿਰ ਹੜ੍ਹ ਵਰਗੀ ਸਥਿਤੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਣ ਗਈ ਆ। ਪੌਂਗ ਡੈਮ ਦੇ ਬੂਹੇ ਖੋਲ੍ਹਤੇ ਆ, ਭਾਖੜਾ ਦੇ ਬੂਹੇ ਖੋਲ੍ਹਤੇ ਆ, ਗੇਟ ਖੋਲ੍ਹ ਦਿੱਤੇ ਗਏ ਆ ਤੇ ਜਿਹਦੇ ਕਰਕੇ ਕਈ ਖੇਤਰ ਆ ਜਿਹੜੇ ਉਹ ਪਾਣੀ ਦੀ ਮਾਰ ਦੇ ਵਿੱਚ ਆ ਗਏ ਆ। ਕਈ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਆ। ਉਹ ਸਤਲੁਜ ਦੇ ਆਲੇ ਦੁਆਲੇ ਦੇ ਪਿੰਡ, ਬਿਆਸ ਦੇ ਆਲੇ ਦੁਆਲੇ ਦੇ ਪਿੰਡ ਇਹ ਕਾਫੀ ਡੁੱਬ ਗਏ ਆ। ਲੋਕਾਂ ਦਾ ਫਿਰ ਚੋਖਾ ਨੁਕਸਾਨ ਹੋ ਗਿਆ ਤੇ ਬਾਕੀ ਜਿਵੇਂ ਜਿਵੇਂ ਜਾਣਕਾਰੀ ਆਈ ਉਹ ਸਾਂਝੀ ਕਰਾਂਗੇ। ਪਹਿਲਾਂ ਕਰਦੇ ਹੋ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਮੌਸਮ ਵਾਕਈ ਬਹੁਤ ਝਕਾਨੀਆਂ ਦੇ ਰਿਹਾ। ਵੇਖੋ ਆਉਂਦਾ ਸਮਾਂ ਕਿਹੋ ਜਿਹਾ ਆਊਗਾ, ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਇਸ ਵੇਲੇ ਪਾਣੀ ਵੜ ਗਿਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉੱਥੋਂ ਦੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਤਕਲੀਫਾਂ ਦੇ ਵਿੱਚ ਨੇ। ਖੈਰ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਹਾਲਾਤ ਜਿਹੜੇ ਨੇ ਸੁਖਾਵੇਂ ਹੋਣ। ਤੇ ਟਾਣਾ ਸਾਹਿਬ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਗੌਰ ਨਾਲ ਸੁਣਿਓ, ਸਭ ਨੂੰ ਚੰਗਾ ਲੱਗੂਗਾ ਜਿਹੜੇ ਕਿ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਵਾਲੇ, ਸਤਿਕਾਰ ਕਰਨ ਵਾਲੇ ਆ। ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ। ਮੈਨੂੰ ਕਿਸੇ ਨੇ ਪੁੱਛਿਆ ਕਿ ਦੁਨੀਆ ਵਿੱਚ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ। ਮੈਂ ਕਿਹਾ ਮੇਰੇ ਪਿਓ ਦੀ ਜੁੱਤੀ, ਜਿਹੜੀ ਮੇਰੀ ਜ਼ਿੰਦਗੀ ਬਣਾਉਂਦੀ ਬਣਾਉਂਦੀ ਕੱਸ ਗਈ। ਵਾਹ, ਕੀ ਬਾਤ ਹੈ। ਪਿਓ ਦੀਆਂ ਜੁੱਤੀਆਂ ਕੱਸ ਜਾਂਦੀਆਂ, ਪੁੱਤ ਦਾ ਭਵਿੱਖ ਬਣਾਉਂਦੇ ਬਣਾਉਂਦੇ, ਧੀ ਦਾ ਭਵਿੱਖ ਬਣਾਉਂਦੇ ਬਣਾਉਂਦੇ। ਤੇ ਕਈ ਵਾਰੀ ਅਸੀਂ ਸਕਿੰਟ ਲਾਉਣੇ, ਕਹਿਣ ਲੱਗੇ ਤੂੰ ਮੇਰੇ ਲਈ ਕੀ ਕੀਤਾ ਜੀ। ਇਹ ਉਹਨੂੰ ਹੀ ਪਤਾ ਹੁੰਦਾ ਜਿਹਨੇ ਬਹੁਤ ਕੁਝ ਕੀਤਾ। ਜੇ ਕਿਤੇ ਜੁੱਤੀ ਬੋਲਦੀ ਹੁੰਦੀ ਫਿਰ ਦੱਸ ਵੀ ਦਿੰਦੀ। ਸਹੀ ਗੱਲ। ਤੇ ਇਹ ਜੁੱਤੀ ਜਿੱਥੇ ਬੋਲਦੀ ਹੈ ਨਾ ਉੱਥੇ ਫਿਰ ਦੱਸਦੀ ਵੀ ਹੈ। ਹਾਂ, ਤੇ ਫਿਰ ਕਈ ਤਰੀਕਿਆਂ ਨਾਲ ਦੱਸਦੀ ਆ। ਹਾਂ, ਫਿਰ ਨਾ ਕਹਿੰਦੇ ਹੁੰਦੇ ਵੀ ਜੁੱਤੀ ਦੇ ਵਿੱਚ ਬਸ ਕਮਾਲਾਂ ਹੀ ਹੋ ਜਾਂਦੀਆਂ। ਹਾਂ, ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਪਰ ਇਹ ਨਾ ਅਸਲ ਦੇ ਵਿੱਚ ਜ਼ਿੰਦਗੀ ਦੇ ਸਹੀ ਫਲਸਫੇ ਨੂੰ ਪੜਾਉਣ ਦੇ ਲਈ ਹੀ ਮਾਪੇ ਇਹੋ ਜਿਹੀ ਕੋਸ਼ਿਸ਼ ਕਰਦੇ ਨੇ ਜਾਂ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਪੇਸ਼ ਆਉਂਦੇ ਨੇ। ਨਹੀਂ ਤਾਂ ਜੇਕਰ ਉਹਨਾਂ ਨੂੰ ਪਰਵਾਹ ਨਾ ਹੋਵੇ ਨਿਆਣਿਆਂ ਦੀ ਤਾਂ ਉਹਨਾਂ ਨੂੰ ਕੀ ਲੋੜ ਹੈ, ਉਹ ਕਦੇ ਵੀ ਨਾ ਇਹਨਾਂ ਗੱਲਾਂ ਵੱਲ ਖਿਆਲ ਕਰਨ, ਹਨਾ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਟਾਣਾ ਸਾਹਿਬ ਹਿੰਦੀ ਦੇ ਵਿੱਚ ਸੀ, ਮੈਂ ਕਿਹਾ ਮੈਂ ਪੰਜਾਬੀ ਚ ਸੁਣਾਉਣੀ ਆ ਅਨੁਵਾਦ ਕਰਕੇ। ਹਾਂ, ਅਨੁਵਾਦ ਕਰਕੇ। ਕਹਿੰਦੇ ਕਿਵੇਂ ਕਰਾਂ ਆਪਣੇ ਆਪ ਨੂੰ ਤੇਰੇ ਕਾਬਿਲ ਇਹ ਜ਼ਿੰਦਗੀ। किस तरह करूं मैं अपने आप को काबिल है मेरी जिंदगी, तेरे काबिल है जिंदगी। हाँ, हिंदी अनुवाद सही नहीं कीता ਤੁਸੀਂ ਪੰਜਾਬੀ ਅਨੁਵਾਦ ਕਰਤਾ ਜੀ। ਮੈਂ ਪੜਿਆ ਨਹੀਂ ਸੀ ਵੀ ਹਿੰਦੀ ਦੇ ਵਿੱਚ, ਪਰ ਮੈਂ ਆਖਿਆ ਮੈਂ ਵੀ ਆਪਦੀ ਕਲਾ ਪੇਸ਼ ਕਰਾਂ ਕਿ ਮੈਂ ਨਾਲ ਦੀ ਨਾਲ ਕਈ ਭਾਸ਼ਾਵਾਂ ਦਾ ਗਿਆਤਾ ਬਣ ਗਿਆ। ਕੀ ਬਾਤ। ਦੁਬਾਰਾ ਬੋਲੋ। ਕਹਿੰਦਾ ਕਿਵੇਂ ਕਰਾਂ ਆਪਣੇ ਆਪ ਨੂੰ ਤੇਰੇ ਕਾਬਿਲ ਹੈ ਜ਼ਿੰਦਗੀ। ਕਿਸ ਤਰ੍ਹਾਂ ਕਰੂੰ ਮੈਂ ਆਪਣੇ ਆਪ ਕੋ ਕਾਬਿਲ ਹੈ ਜ਼ਿੰਦਗੀ। ਉਹ ਤੇਰੇ ਕਾਬਿਲ ਹੈ ਜ਼ਿੰਦਗੀ। ਤੇਰੇ ਕਾਬਿਲ ਹੈ ਜ਼ਿੰਦਗੀ। ਤੁਸੀਂ ਰਹਿਣ ਦਿਓ। ਅੱਛਾ, ਰਹਿਣੇ ਦੂੰ। ਪੰਜਾਬੀ ਚ ਸੁਣਾ ਦਿੰਨੀ ਆ। ਪੰਜਾਬੀ ਮੈਂ ਸੁਣਾ ਦੋ। ਕਹਿੰਦਾ ਕਿਵੇਂ ਕਰਾਂ ਖੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ, ਜਦੋਂ ਤੱਕ ਮੈਂ ਆਦਤਾਂ ਬਦਲਦਾ ਹਾਂ ਤੂੰ ਸ਼ਰਤਾਂ ਬਦਲ ਲੈਣੀ ਹੈ। वाह वाह, बहुत खूब, शुक्रिया। जब तक मैं अपनी आदतें बदलता हूँ तुम शर्तें बदल लेती हो। हाँ, बिल्कुल सही, बिल्कुल सही है जी, है ना। बंदा ਆਪਣੇ ਆਪ ਨੂੰ ਹਮੇਸ਼ਾ ਢਾਲਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਐਵੇਂ ਦਾ ਬਣ ਜਾ, ਐਵੇਂ ਦਾ ਬਣ ਜਾ। ਜਦੋਂ ਤੱਕ ਉਵੇਂ ਦਾ ਬਣਦਾ ਹੈ ਉਦੋਂ ਤੱਕ ਜ਼ਿੰਦਗੀ ਦੇ ਹੋਰ ਕਈ ਰੂਪ ਬਦਲ ਜਾਂਦੇ ਨੇ, ਸ਼ਰਤਾਂ ਕਈ ਬਦਲ ਜਾਂਦੀਆਂ ਨੇ ਜ਼ਿੰਦਗੀ 'ਚ, ਕਈ ਕਹਿ ਲਓ ਵੀ ਮੋੜ ਆ ਜਾਂਦੇ ਨੇ, ਹੈ ਨਾ, ਕਈ ਉਤਰਾਅ ਚੜ੍ਹਾਅ ਆ ਜਾਂਦੇ ਨੇ, ਜਿਹਦੇ ਕਰਕੇ ਫਿਰ ਤੋਂ ਬੰਦਾ ਫਿਰ ਤੋਂ ਹਿੰਮਤ ਕਰਦਾ, ਉੱਠਦਾ ਤੇ ਫਿਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ। ਸੋ ਜ਼ਿੰਦਗੀ ਦੇ ਨਾਲ ਇਹ ਸਾਰਾ ਕੁਝ ਚੱਲਦਾ ਹੀ ਰਹਿੰਦਾ। ਬਿਲਕੁਲ ਜੀ। ਤੇ ਇੱਕ ਚੱਜ ਦਾ ਵਿਚਾਰ ਹੋਰ ਆ, ਸੁਣਾ ਦਿਓ। ਉਹ ਇਹ ਆ ਕਿ ਕੌਣ ਕੀ ਕਰਦਾ, ਕੌਣ ਕਿਵੇਂ ਕਰਦਾ ਤੇ ਕੌਣ ਕਿਉਂ ਕਰਦਾ। ਕੌਣ ਕੀ ਕਰਦਾ, ਕੌਣ ਕਿਵੇਂ ਕਰਦਾ ਤੇ ਕੌਣ ਕਿਉਂ ਕਰਦਾ। ਇਹ ਗੱਲਾਂ ਜੇਕਰ ਜਾਣਨਾ ਬੰਦ ਕਰ ਦਿਓਗੇ, ਦਿਲਚਸਪੀ ਲੈਣੀ ਬੰਦ ਕਰ ਦੋਗੇ, ਤੁਹਾਡੇ ਅੱਧੋਂ ਵੱਧ ਮਸਲੇ ਹੱਲ। ਕੀ ਬਾਤ ਹੈ। ਕੌਣ ਕੀ ਕਰਦਾ ਆਪਾਂ ਕੀ ਲੈਣਾ, ਕਿਉਂ ਕਰਦਾ ਆਪਾਂ ਕੀ ਲੈਣਾ ਤੇ ਕਿਵੇਂ ਕਰਦਾ ਆਪਾਂ ਕੀ ਲੈਣਾ। ਸਾਡੀ ਦਿਲਚਸਪੀ ਇਸ ਗੱਲ ਦੇ ਵਿੱਚ ਹੁੰਦੀ ਹੈ ਵੀ ਉਹ ਕੀ ਕਰਦਾ, ਇਹ ਕਾਤੋਂ ਕਰਦਾ ਜੀ, ਇਹਨੂੰ ਤਾਂ ਇਉਂ ਕਰਨਾ ਨਹੀਂ ਚਾਹੀਦਾ। ਮੈਂ ਹਮੇਸ਼ਾ ਸਭ ਨੂੰ ਇੱਕ ਬੇਨਤੀ ਕਰਦਾ ਵੀ ਆਪ ਸਮਝਣ ਦੀ ਲੋੜ ਇਸ ਵੇਲੇ ਬਹੁਤ ਜ਼ਿਆਦਾ ਸਮਝਾਉਣ ਦੇ ਨਾਲੋਂ। ਸਹੀ। ਮੈਂ ਹਮੇਸ਼ਾ ਹੀ ਇਹ ਬੇਨਤੀ ਕਰਦਾ ਵੀ ਭਾਈ ਸਾਰੇ ਹੀ ਸਿਆਣੇ ਹਾਂ ਹੁਣ,
ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇਹ ਕਹੇ ਵੀ ਮੈਨੂੰ ਤਾਂ ਸਿਆਣਪ ਹੈ ਨਹੀਂ। ਤੇ ਜਦੋਂ ਸਾਰੇ ਹੀ ਸਿਆਣੇ ਤੇ ਆਪਾਂ ਦੂਜੇ ਨੂੰ ਸਮਝਾ ਕਿਵੇਂ ਸਕਦੇ ਆ? ਟੈਣਾ ਸਾਹਿਬ, ਸਿਆਣੇ ਹੋਣ 'ਚ ਤੇ ਲੋੜੋਂ ਵੱਧ ਸਿਆਣੇ ਹੋਣ 'ਚ ਵੀ ਫਰਕ ਹੁੰਦਾ ਨਾ। ਜਿਹੜੇ ਇਨਸਾਨ ਸਿਆਣੇ ਨੇ ਉਹ ਵਾਕਈ ਪਤਾ ਲੱਗਦਾ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਸਿਆਣਾ। ਉਹ ਵਾਕਈ ਉਹਨਾਂ ਦੇ ਲਹਿਜ਼ੇ ਤੋਂ, ਉਹਨਾਂ ਦੇ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ, ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਸਿਆਣਾ ਹੈ। ਤੇ ਜਿਹੜੇ ਲੋੜੋਂ ਵੱਧ ਸਿਆਣੇ ਹੁੰਦੇ ਨੇ, ਹਰਕਤਾਂ ਉਹਨਾਂ ਦੀਆਂ ਵੀ ਦੱਸ ਦਿੰਦੀਆਂ ਨੇ ਕਿ ਇਹ ਲੋੜੋਂ ਵੱਧ ਸਿਆਣੇ ਨੇ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਹਰਮਨ ਜੀ, 15 ਅਗਸਤ ਦਾ ਦਿਹਾੜਾ ਲੰਘ ਗਿਆ ਜੀ। ਅਸੀਂ ਕੱਲ ਵੀ ਇਹ ਗੱਲ ਕਹੀ ਸੀ ਪ੍ਰੋਗਰਾਮ ਦੇ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ। ਪੰਜਾਬ ਦੇ ਪਤਾ ਹੀ ਨਹੀਂ ਕਿੰਨੇ ਲੋਕਾਂ ਦੀ ਮੌਤ ਹੋਈ ਆ। ਸਹੀ। ਇਸ ਵੱਢ ਕੱਟ ਦੇ ਵਿੱਚ ਅਸੀਂ ਆਪਣੇ ਲਈ ਕਿੰਨਾ ਨੁਕਸਾਨ ਕਰ ਬੈਠੇ ਆ। ਤੇ ਮਸਲਾ ਫਿਰ ਓਡੇ ਦਾ ਓਡਾ ਵੀ ਕੀ ਅਸਲ ਆਜ਼ਾਦੀ ਮਿਲੀ ਆ। ਸੋ ਜਿਨ੍ਹਾਂ ਨੂੰ ਭਾਈ ਆਜ਼ਾਦੀ ਮਹਿਸੂਸ ਹੁੰਦੀ ਆ ਉਹਨਾਂ ਨੂੰ ਵੀ ਮੁਬਾਰਕਾਂ, ਜਿਨ੍ਹਾਂ ਨੂੰ ਨਹੀਂ ਮਹਿਸੂਸ ਹੁੰਦੀ ਉਹਨਾਂ ਨੇ ਵੀ ਆਪਣੇ ਵਿਚਾਰ, ਤੇ ਅਸੀਂ ਸਭ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਆ। ਸਹੀ। ਪਰ ਸਾਡੀ ਜਾਨ ਤਿਰੰਗਾ, ਅਸੀਂ ਆਪਦੇ ਦੇਸ਼ ਤੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਦੇ ਸਾਂ, ਹਾਂ ਤੇ ਰਹਾਂਗੇ ਜੀ। ਬਿਲਕੁਲ। ਪਰ ਨਾ ਮੈਂ ਕੱਲ ਕੁਝ ਦੇਸ਼ ਭਗਤ ਦੇਖੇ ਹਰਮਨ ਜੀ, ਉਹ ਦੇਸ਼ ਭਗਤ ਦੇਖ ਕੇ ਨਾ ਤੇ ਮੈਂ ਹੈਰਾਨ ਹੋ ਗਿਆ ਤੇ ਭਾਵੁਕ ਵੀ ਹੋ ਗਿਆ। ਭਾਵੁਕ ਮੈਂ ਤਾਂ ਹੋ ਗਿਆ ਵੀ ਯਾਰ ਇਹਨਾਂ ਦੇ ਸੱਟ ਫੇਟ ਵੱਜ ਜਾਣੀ ਆ। ਇਹ ਜਿਹੜੇ ਦੇਸ਼ ਭਗਤ ਆ ਇਹ ਇਸ ਤਰੀਕੇ ਦੇ ਨਾਲ ਆਪਣੀ ਭਗਤੀ ਪੇਸ਼ ਕਰ ਰਹੇ ਆ ਵੀ ਇਹਨਾਂ ਦੇ ਬਾਰੇ ਕੀ ਕਹੀਏ ਜੀ। ਤੇ ਹੈਰਾਨ ਵੀ ਹੋਇਆ ਮੈਂ। ਇਹ ਦੇਸ਼ ਭਗਤ ਮੈਨੂੰ ਕੌਮਿਆਂ 'ਚ ਲੱਗ ਰਹੇ ਨੇ। ਇਹ ਕੌਮਿਆਂ ਦੇ ਵਿੱਚ ਹੀ ਆ। ਦੱਸ ਦਿਓ ਫਿਰ ਕਿਹੜੇ ਸੀ। ਮੈਂ ਕੱਲ ਕਿਤੇ ਗਿਆ ਸੀ, ਮੇਰਾ ਖਿਆਲ ਮੈਂ 40 ਕਿਲੋਮੀਟਰ ਦਾ 35 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਰਾਹ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਅਜੋਕੇ ਦੇਸ਼ ਭਗਤ ਸਨ, ਕੁਝ ਕੁ ਅਜੋਕੇ, ਜਿਹੜੇ ਕਿ ਇੱਕ ਇੱਕ ਮੋਟਰਸਾਈਕਲ ਦੇ ਉੱਤੇ ਤਿੰਨ ਤਿੰਨ ਜਾਣੇ ਸੀ। ਠੀਕ ਹੈ। ਉਹਨਾਂ ਤਿੰਨਾਂ ਦੇ ਕੋਈ ਹੈਲਮਟ ਨਹੀਂ ਸੀ ਲਿਆ ਤੇ ਮੈਂ ਦਾਅਵੇ ਨਾਲ ਕਹਿਣਾ ਵੀ ਉਹ 20 ਕੁ ਮੋਟਰਸਾਈਕਲਾਂ ਵਾਲੇ ਸੀਗੇ। ਇੱਕ ਥਾਂ ਦੇ ਉੱਤੇ ਜਿਵੇਂ ਗੁੱਛਾ ਜਿਹਾ ਨਹੀਂ ਹੁੰਦਾ, ਇੱਥੇ ਜੇ ਦੇਸ਼ ਭਗਤ ਆ 10 ਕਿਲੋਮੀਟਰ ਅੱਗੇ ਜਾ ਕੇ ਦੇਖਿਆ 20-25 ਮੋਟਰਸਾਈਕਲਾਂ ਵਾਲੇ ਉੱਥੇ ਖੜੇ ਆ, ਉੱਥੇ ਵੀ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਜਣਾਂ ਦਾ ਗੁੱਛਾ ਹੀ ਸੀਗਾ। ਉਹਨਾਂ ਦੇ ਸਿਰ ਸਟੀਲ ਦੇ ਹੋਣਗੇ। ਹਾਂ, ਉਹਨਾਂ ਨੇ ਕੋਈ ਹੈਲਮਟ ਨਹੀਂ ਸੀ ਲਿਆ ਜੀ। ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜੇਕਰ ਉਹਨਾਂ ਨੂੰ ਇਹ ਪੁੱਛਿਆ ਜਾਵੇ ਵੀ 15 ਅਗਸਤ 1947 ਨੂੰ ਹੋਇਆ ਕੀ ਸੀ, ਆਜ਼ਾਦੀ ਦੇ ਨਾਲ ਹੋਰ ਕਿਹੜੀਆਂ ਗੱਲਾਂ ਜੁੜੀਆਂ, ਪਾਕਿਸਤਾਨ ਇੱਕ ਦਿਨ ਪਹਿਲਾਂ ਹੀ ਕਿਉਂ ਆਜ਼ਾਦੀ ਦਿਵਸ ਮਨਾਉਂਦਾ ਜੀ, ਕਿੰਨੇ ਲੋਕਾਂ ਦਾ ਕਤਲ ਹੋਇਆ, ਕਿਸ ਤਰੀਕੇ ਦੇ ਨਾਲ ਅਸੀਂ ਨੁਕਸਾਨ ਝੱਲਿਆ ਪੰਜਾਬੀਆਂ ਨੇ, ਮੈਂ ਦਾਅਵੇ ਨਾਲ ਕਹਿਣਾ ਵੀ ਉਹਨਾਂ ਦੇ ਵਿੱਚੋਂ ਇੱਕ ਨੂੰ ਵੀ ਗਿਆਨ ਨਹੀਂ ਹੋਊਗਾ। ਟੈਣਾ ਸਾਹਿਬ, ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ। ਬਹੁਤਿਆਂ ਨੂੰ ਤਾਂ ਗਣਤੰਤਰ ਦਿਵਸ ਤੇ ਆਜ਼ਾਦੀ ਦਿਹਾੜੇ ਦੇ ਵਿਚਲਾ ਫਰਕ ਵੀ ਨਹੀਂ ਪਤਾ। ਅਗਲੀ ਗੱਲ ਦੇਖੋ, ਉਹਨਾਂ ਦੇ ਵਿੱਚੋਂ ਜਿਹੜੇ ਤੀਜਾ ਜਣਾ ਹੁੰਦਾ ਸਾਰੇ ਮੋਟਰਸਾਈਕਲਾਂ ਤੇ, ਉਹਨੇ ਪਛਾਣ ਨੂੰ ਮੂੰਹ ਕੀਤਾ ਹੋਇਆ ਸੀ। ਦੋ ਜਣੇ ਤਾਂ ਐ ਕਰਨ ਵਾਲੇ ਸੀ ਤੇ ਇੱਕ ਜਣਾ ਪਛਾਣ ਨੂੰ ਮੂੰਹ ਕਰਕੇ ਤੇ ਤਿਰੰਗਾ ਲੈ ਕੇ ਬੈਠਾ ਸੀ। ਤਿਰੰਗੇ ਦਾ ਬਹੁਤ ਬਹੁਤ ਸਨਮਾਨ ਜੀ। ਪਰ ਜਿਹੋ ਜੀਆਂ ਕਲਾਬਾਜ਼ੀਆਂ ਉਹ ਪੇਸ਼ ਕਰਦੇ ਸੀ ਤੇ ਜਿਹੋ ਜੀਆਂ ਰੀਲਾਂ ਉਹ ਬਣਾਉਂਦੇ ਸੀ ਤੇ ਜਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਸਟੰਟ ਪੇਸ਼ ਕਰਦੇ ਜਾਂਦੇ ਸੀ, ਸਾਨੂੰ ਇਹੋ ਜਿਹੇ ਦੇਸ਼ ਭਗਤਾਂ ਦੀ ਲੋੜ ਨਹੀਂ ਹੈ। ਬਿਲਕੁਲ, ਸਾਨੂੰ ਇਹੋ ਜਿਹੇ ਯੋਧਿਆਂ ਦੀ ਲੋੜ ਨਹੀਂ ਆ। ਜੇਕਰ ਤੁਸੀਂ ਸੱਚੀ ਮੁੱਚੀ ਯੋਧੇ ਹੋ, ਜੇਕਰ ਸੱਚੀ ਮੁੱਚੀ ਦੇਸ਼ ਭਗਤ ਹੋ, ਤਾਂ ਦੱਸੋ ਵੀ ਇਤਿਹਾਸ ਦੀਆਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਤੁਹਾਨੂੰ ਕਿੰਨਾ ਕੁ ਗਿਆਨ ਆ ਵੀ ਆਪਾਂ ਕੋਈ ਤਿਉਹਾਰ ਹੋਵੇ, ਆਪਾਂ ਕੋਈ ਇੱਥੇ ਜਲਸਾ ਹੋਵੇ, ਆਪਾਂ ਕੋਈ 15 ਅਗਸਤ ਦਾ ਦਿਹਾੜਾ ਹੋਵੇ, ਵੀ ਆਪਦੀਆਂ ਛੁਰਲੀਆਂ ਛੱਡਣ ਵਾਸਤੇ, ਮਸਤੀਆਂ ਮਾਰਨ ਵਾਸਤੇ, ਲਫੰਡਰਪੁਣਾ ਕਰਨ ਵਾਸਤੇ ਅੱਗੇ ਆ ਜਾਂਦੇ ਆ। ਤੇ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੋਂ ਇਹ ਆਸ ਨਹੀਂ ਵੀ ਸਾਡਾ ਪੁੱਤ ਇਸ ਕੰਮ ਦੇ ਉੱਤੇ ਗਿਆ। ਸ਼ਾਇਦ ਉਹ ਸੋਚ ਰਹੇ ਹੁਣ ਸਾਡੇ ਮੁੰਡੇ ਦੇ ਅੰਦਰ ਜਜ਼ਬਾ ਬਹੁਤ ਜਾਗਿਆ ਆਜ਼ਾਦੀ ਦਾ, ਪਰ ਪੁੱਤ ਇਹੋ ਜਿਹਾ ਚੂਕਣਾ ਤੜਾ ਕੇ ਜੇ ਆਜੇ ਘਰੇ ਤੇ ਫਿਰ ਮਾਪਿਆਂ ਦਾ ਕੀ ਕਸੂਰ ਆ? ਬਿਲਕੁਲ, ਹਲਦੀ ਵਾਲਾ ਦੁੱਧ ਸਾਰੀ ਉਮਰ ਉਹ ਪਿਆਉਂਦੇ ਰਹਿਣਗੇ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਆਪਾਂ ਤਾਂ ਕੱਲ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਉਹ ਤੋੜਨ ਦੇ ਵਿੱਚ ਆਜ਼ਾਦੀ ਨਹੀਂ ਹੈ, ਜੋ ਮੂੰਹ ਚ ਆ ਜੇ ਉਹੀ ਬੋਲਣ ਦੇ ਵਿੱਚ ਆਜ਼ਾਦੀ ਨਹੀਂ। ਆਜ਼ਾਦੀ ਦੇ ਮਾਇਨੇ ਕੁਝ ਹੋਰ ਨੇ। ਆਜ਼ਾਦੀ ਨੂੰ ਸਮਝਣਾ ਪਊਗਾ ਵੀ ਸਾਨੂੰ ਕਾਹਦੀ ਆਜ਼ਾਦੀ ਹੈ, ਇਹ ਕਿਵੇਂ ਮਿਲੀ ਹੈ, ਇਹ ਕੋਈ ਸੌਖਿਆਂ ਥੋੜੀ ਮਿਲੀ ਹੈ। ਕਿੰਨਾ ਕੁਝ ਮੈਂ ਤਾਂ ਕਹੂੰਗੀ ਪੰਜਾਬ ਨੇ ਹੀ ਹੰਡਾਇਆ। ਤੁਸੀਂ ਵੇਖੋ ਪੰਜਾਬ ਦੇ ਟੋਟੇ ਹੋ ਗਏ, ਪੰਜਾਬੀਆਂ ਨੇ ਕੀ ਕੁਝ ਸਹਿਣ ਨਹੀਂ ਕੀਤਾ। ਔਰ ਉਸ ਤੋਂ ਬਾਅਦ ਵਿੱਚ ਜੇ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਹੀ ਨੌਜਵਾਨ ਜਿਹਨਾਂ ਗੱਲਾਂ ਨੂੰ ਨਹੀਂ ਸਮਝਣਗੇ ਤਾਂ ਫਿਰ ਅਸੀਂ ਬਾਕੀਆਂ ਨੂੰ ਕਿਵੇਂ ਸਮਝਾਵਾਂਗੇ? ਬਿਲਕੁਲ ਸਹੀ ਗੱਲ। ਥੋੜਾ ਜਿਹਾ ਵਿਚਾਰਨ ਦੀ ਜ਼ਰੂਰਤ ਹੈ। ਅਸੀਂ ਠੀਕ ਹੈ ਵੀ ਮਸਤੀ ਕਰਨ ਦੇ ਹੋਰ ਕਈ ਤਰੀਕੇ ਹੋ ਸਕਦੇ ਨੇ। ਮੋਟਰਸਾਈਕਲਾਂ ਦਾ ਅੱਗਾ ਚਕਾਉਣਾ ਕੋਈ ਆਜ਼ਾਦੀ ਨਹੀਂ, ਕੋਈ ਆਜ਼ਾਦੀ ਨਹੀਂ। ਸੜਕ ਦੇ ਉੱਤੇ ਐ ਜਾਣਾ ਕੋਈ ਆਜ਼ਾਦੀ ਨਹੀਂ। ਸਹੀ। ਤੇ ਮੈਂ ਇੱਕ ਨਾ ਮੋਟਰਸਾਈਕਲ ਤੇ ਖੜੇ ਹੋ ਕੇ ਵੀ ਅੱਜ ਕੱਲ ਕਈ ਲੋਕ ਸਟੰਟ ਕਰਦੇ ਆ, ਇਹ ਵੀ ਕੋਈ ਆਜ਼ਾਦੀ ਨਹੀਂ। ਮੋਟਰਸਾਈਕਲ ਤੇ ਲੰਮੇ ਪੈ ਜਾਣਾ, ਇਹ ਵੀ ਕੋਈ ਆਜ਼ਾਦੀ ਨਹੀਂ। ਸਹੀ। ਆਜ਼ਾਦੀ ਸਿਆਣਪ ਇਸ ਗੱਲ ਦੇ ਵਿੱਚ ਆ ਕਿ ਅਸੀਂ ਦੂਜੇ ਦੀ ਜ਼ਿੰਦਗੀ ਦਾ ਖਿਆਲ ਆਪਣੀ ਜ਼ਿੰਦਗੀ ਤੋਂ ਵੀ ਪਹਿਲਾਂ ਰੱਖੀਏ। ਸਾਡੀ ਇਸ ਕਰਤੂਤ ਦੇ ਕਰਕੇ ਦੂਜੇ ਦਾ ਨੁਕਸਾਨ ਹੋ ਜੇ ਤੇ ਆਪਾਂ ਕਿਹੜਾ ਮੰਨਣ ਵਾਲੇ ਦਿਨ ਜੰਮੇ ਆ? ਆਪਾਂ ਤਾਂ ਕਹਿੰਦੇ ਤੂੰ ਗਲਤ ਸੀ। ਸਹੀ। ਤੇਰੀ ਗਲਤੀ ਹੈ। ਹਾਂ। ਫਿਰ ਅਜੀਬ ਮੂੰਹ ਬਣਾਉਨੇ ਆਪਾਂ। ਸਹੀ। ਮਾੜੀ ਗੱਲ ਹੈ, ਐ ਨਹੀਂ ਕਰਨਾ ਚਾਹੀਦਾ। ਬਿਲਕੁਲ ਨਹੀਂ ਕਰਨਾ। ਸਿਆਣਪ ਵਰਤੋ, ਹਾਂ, ਸਮਝਦਾਰੀ ਵਰਤੋ, ਬੰਦੇ ਬਣੋ, ਆਪਣੇ ਫਰਜ਼ਾਂ ਦੀ ਪੂਰਤੀ ਕਰੋ। ਜੀ ਬਿਲਕੁਲ।
ਦੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ ਇੱਕ ਗੱਲ ਦੱਸੋ, ਸਵੇਰੇ ਜਦ ਤੁਸੀਂ ਦਫ਼ਤਰ ਆਏ ਹੋ ਤੁਸੀਂ ਬਹੁਤ ਉਦਾਸ ਸੀ, ਕੀ ਗੱਲ ਹੋ ਗਈ? ਮਾੜਾ ਹੋਇਆ, ਆ ਫੇਰ ਉਦਾਸ ਹੋ ਗਏ ਤੁਸੀਂ ਤਾਂ। ਮਾੜਾ ਹੋਇਆ ਸੱਚੀ। ਨਹੀਂ ਹੋਇਆ ਕੀ? ਨੁਕਸਾਨ ਹੋ ਗਿਆ ਕਿਹਦਾ? ਮੇਰਾ। ਜੇ ਮੈਂ ਉਦਾਸ ਆ ਤਾਂ ਮੇਰਾ ਹੀ ਹੋਇਆ ਹੋਊਗਾ। ਨਹੀਂ ਮੈਂ ਕਿਹਾ ਸ਼ਾਇਦ ਨਹੀਂ ਅੱਜ ਤੱਕ ਇਹ ਹੋਇਆ ਵੀ ਮੇਰਾ ਨੁਕਸਾਨ ਹੋਇਆ ਹੋਵੇ ਤਾਂ ਕੋਈ ਹੋਰ ਬੰਦਾ ਉਦਾਸ ਹੋਵੇ, ਸਾਰੇ ਖੁਸ਼ ਹੀ ਹੁੰਦੇ ਆ ਉਹ ਨਹੀਂ ਵੀ ਵਧੀਆ ਹੋਇਆ। ਨਹੀਂ ਜਿਹੜਾ ਬੰਦਾ ਦਿਲੀ ਤੌਰ ਤੇ ਮਤਲਬ ਆਹ ਜਿਹੜੇ ਦੇਖ ਲਓ, ਨਾਲੇ ਇਹ ਉਦਾਸ, ਉਹ ਮੈਨੂੰ ਮੇਰਾ ਤਾਂ ਨੁਕਸਾਨ ਹੋਇਆ ਮੈਂ ਮੰਨਦਾ, ਆਪੇ ਉਦਾਸ। ਮੈਨੂੰ ਤਾਂ ਗੱਲ ਹੀ ਨਹੀਂ ਪਤਾ ਕੀ ਹੋਈ ਹੈ, ਮੈਂ ਤਾਂ ਸਵੇਰ ਦੀ ਇਹ ਹਾਲੇ ਗੱਲ ਨਹੀਂ ਪਤਾ, ਉਦਾਸੀ ਦਾ ਪਤਾ, ਪਰ ਫਿਰ ਵੀ ਹੱਸੀ ਜਾਂਦੇ ਆ। ਤੇ ਜਦੋਂ ਮੈਂ ਗੱਲ ਦੱਸਦੀ ਤੇ ਫਿਰ ਪਤਾ ਨਹੀਂ ਕੀ ਕਹਿਣਗੇ। ਨਹੀਂ ਮੇਰੇ ਕੰਨ ਬਲੇਲ ਜੀ ਤਾਂ ਉਦਾਂ ਪਈ ਆ ਵੀ ਕੀ ਹੋਇਆ ਤੇ ਪਰ ਹੁਣ ਕੀ ਕਰ ਸਕਦੇ ਆ ਟਾਣਾ ਸਾਹਿਬ, ਲਿਖੀਆਂ ਨੂੰ ਕੌਣ ਟਾਲ ਸਕਦਾ ਹੈ? ਟਾਲ ਨਹੀਂ ਸਕਦਾਗਾ, ਸੰਭਾਲ ਤਾਂ ਸਕਦਾ ਨਾ ਬੰਦਾ। ਤੇ ਇਹ ਤਾਂ ਤੁਹਾਨੂੰ ਸੋਚਣਾ ਚਾਹੀਦਾ ਫਿਰ ਕਿਵੇਂ ਸੰਭਾਲਣਾ। ਤੇ ਤੁਸੀਂ ਨਾ ਸੋਚੋ ਵੀ ਗੱਲ ਤੇ ਹੱਸਣਾ ਨਹੀਂ, ਬੰਦਾ ਉਦਾਸ ਆ। ਕਹਿੰਦੇ ਲਾਲਚ ਬੁਰੀ ਬਲਾ ਹੈ। ਅੱਛਾ, ਮੈਂ ਤਾਂ ਕਿਸੇ ਦੇ ਪੀਪੇ ਚੋਂ ਸਮਾਨ ਕੱਢ ਕੇ ਲਿਆਇਆ। ਜਦ ਕੱਲੇ ਦਫ਼ਤਰੀ ਸਾਥੀਆਂ ਦੇ ਨਾਲ ਜਾਓਗੇ ਤੁਸੀਂ ਪਾਰਟੀਆਂ ਕਰਨ ਦੇ ਲਈ ਤੇ ਕਿਸੇ ਗਰੀਬ ਦੀ ਹਾਂ ਵੀ ਤਾਂ ਲੱਗਣੀ ਹੁੰਦੀ ਹੈ। ਗਰੀਬ ਦੀ ਹਾਰ ਨਹੀਂ ਲੱਗੀ, ਗਰੀਬ ਦੀ ਨੀਤ ਲੱਗੀ ਇੱਥੇ। ਹਾਂ ਹੋਇਆ ਕੀ ਦੱਸ ਦੋ ਹੁਣ। ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੇ ਇੱਕ ਸਾਥੀ ਦਾ ਜਨਮ ਦਿਨ, ਹਾਂਜੀ ਤੇ ਉਹ ਕਹਿੰਦਾ ਵੀ ਮੈਂ ਪਾਰਟੀ ਕਰਕੇ ਆਉਣਾ। ਹਾਂ ਅਸੀਂ ਚਲੇ ਗਏ ਜੀ ਦੁਕਾਨ ਤੇ, ਹਾਂ 5-6 ਸਾਥੀ ਹੋਰ ਸੀਗੇ। ਅੱਛਾ ਜੀ ਉਹ ਦੁਕਾਨ ਵਾਲੇ ਤੋਂ ਸਮਾਨ ਲਿਆ, ਖਾਣ ਪੀਣ ਵਾਲਾ ਮੇਰੇ ਕੋਲ 360 ਰੁਪਏ ਦਾ। ਅੱਛਾ ਜੀ ਤੇ ਮੈਂ ਆਪਦੀ ਜੇਬ ਚੋਂ ਪੈਸੇ ਕੱਢ ਕੇ ਦਿੱਤੇ, ਮੈਂ ਕਿਹਾ ਵੀ ਇਹਦੇ ਚੋਂ ਕੱਟ ਲਓ 500 ਦਾ ਨੋਟ। ਉਹ ਕਹਿੰਦਾ ਨਹੀਂ ਉਹਨੇ ਮੋਬਾਈਲ ਕੱਢਿਆ ਆਪਦਾ, ਐਂ ਜੇ ਕੀਤਾ ਉਹਨੇ ਐਂ ਜੇ ਕਰਕੇ, ਉਹ ਟੀਂ ਕਰਕੇ ਵਿੱਚੋਂ 360 ਰੁਪਏ ਕੱਟੇ ਗਏ। ਠੀਕ ਹੈ। ਮੈਂ ਕਿਹਾ ਚਲੋ ਇਹਨੇ ਦੇਤੇ ਹੁਣ, ਹਾਂ ਵੈਸੇ ਫਰਜ਼ ਤਾਂ ਮੇਰਾ ਬਣਦਾ ਸੀ ਅੱਛਾ ਜੀ ਵੀ ਆਪਣਾ ਭਰਾ ਉਹ। ਹਾਂਜੀ ਤੇ ਜਦੋਂ ਮੈਂ ਦਫ਼ਤਰ ਵਾਪਸ ਆਇਆ ਉਹਦੇ ਕੋਲੇ ਤਾਂ 360 ਹੈ ਨਹੀਂਗੇ, ਹਾਂਜੀ ਮੇਰਾ 500 ਹੈ ਨਹੀਂ। ਮੈਂ ਰਾਹ 'ਚ ਕਿਤੇ ਸੁੱਟਿਆ ਆ। ਪਾਰਟੀ ਕਰਨਗੇ, ਜਿਹਨੇ ਪਾਰਟੀ ਦਿੱਤੀ ਉਹਨੇ 360 ਹੀ ਲੱਗੇ ਤੇ ਜਿਹਨੇ ਪਾਰਟੀ ਲਈ ਆ, ਜਿਹਨੇ ਇੱਕ ਹਿੱਸਾ ਵਿੱਚੋਂ ਛਕਿਆ, ਉਹਦਾ 500 ਗਿਆ। ਤੇ ਫਿਰ ਤੁਹਾਨੂੰ ਕਿਹਨੇ ਕਿਹਾ ਸੀ ਪਹਿਲਾਂ ਪੈਸੇ ਧਿਆਨ ਨਾਲ ਰੱਖੀਦੇ ਹੁੰਦੇ ਆ? ਉਹ ਮੈਂ ਗਲਤੀ ਕਰ ਜਾਂਦਾ, ਜਿਹੜੀ ਜੇਬ 'ਚ ਪੈਸੇ ਪਾਏ ਸੀ ਉਹਦੇ 'ਚ ਮੋਬਾਈਲ ਪਾ ਲੈਣਾ। ਅੱਛਾ ਜੀ ਮੋਬਾਈਲ ਮੈਨੂੰ ਆ ਜਾਂਦਾ, ਮੈਂ ਐਂ ਕੱਢਦਾ, ਇਹ ਕੱਢਣ ਤੋਂ ਪਹਿਲਾਂ ਪੈਸੇ ਨਿਕਲ ਜਾਂਦੇ ਆ। ਅੱਗੇ ਤੋਂ ਨਾ ਤੁਹਾਡੇ ਨੇੜੇ ਤੇੜੇ ਇੱਕ ਬੰਦਾ ਰੱਖਿਆ ਕਰਨਾ ਵੀ ਜਿਹੜਾ ਤੁਹਾਡੇ ਜਦੋਂ ਤੁਸੀਂ ਮੋਬਾਈਲ ਕੱਢੋ ਤਾਂ ਧਿਆਨ ਰੱਖੇ ਕੁਝ ਡਿੱਗਿਆ ਤਾਂ ਨਹੀਂ। ਹਾਂ ਚਲੋ ਮਾੜਾ ਹੋਇਆ, ਕੋਈ ਗੱਲ ਨਹੀਂ ਟਾਣਾ ਸਾਹਿਬ, ਇਹ ਵੀ ਕਿਤੇ ਖਰਚ ਜਾਣੇ ਹੋਣਗੇ। ਹਾਂ ਪੈਸੇ ਦੇਖੋ ਐਂ ਹੀ ਹੋ ਜਾਂਦਾ, ਕਿਸੇ ਦੇ ਕਰਮਾਂ ਦੇ ਹੋਣਗੇ। ਉਹ ਉਹ ਰੱਬ ਸੁਰਿੰਦਰ ਸ਼ਿੰਦਾ ਸਾਹਿਬ ਜਿਹੜੇ ਕਿ ਇਸ ਦੁਨੀਆ ਦੇ ਉੱਤੇ ਹੁਣ ਨਹੀਂ, ਬਹੁਤ ਸਤਿਕਾਰਯੋਗ ਆ, ਬਹੁਤ ਜ਼ਿਆਦਾ, ਉਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਯਾਦ ਰਹਿਣ। ਸਹੀ। ਉਹਨਾਂ ਨੇ ਇੱਕ ਵਾਰੀ ਮੈਨੂੰ ਗੱਲ ਸੁਣਾਈ, ਕਹਿੰਦੇ ਵੀ ਨਾ ਜਦੋਂ ਸਾਡੇ ਵਾਲਾ ਦੌਰ ਹੁੰਦਾ ਸੀ ਤੇ ਕੁਝ ਕੁ ਕਲਾਕਾਰ ਨਾ ਜਦੋਂ ਕਿਤੇ ਗਾਉਣ ਜਾਂਦੇ ਸੀ ਤਾਂ 2-3-4 ਜਣਿਆਂ ਨੂੰ 50-50 ਰੁਪਏ ਆ ਫੜਾ ਦਿੰਦੇ ਸੀ ਠੀਕ। ਵੀ ਆ ਕੇ ਮੈਨੂੰ ਮੰਚ ਦੇ ਉੱਤੇ ਫੜਾ ਦੀ। ਤੇ ਫਿਰ ਮਗਰਲੇ ਵੇਖ ਕੇ ਆਪੇ ਹੀ ਤੁਰ ਪੈਂਦੇ ਆ। ਜੇ 50 ਦਾ ਕੰਮ ਸ਼ੁਰੂ ਹੋ ਜਾਏ ਫਿਰ 50-50 ਵਾਲੀ ਆਉਂਦੇ ਆ। ਜੇ ਕੋਈ 20 ਵਾਲਾ ਕੰਮ ਸ਼ੁਰੂ ਹੋ ਜਾਏ ਤਾਂ ਫਿਰ ਲੋਕ ਦੇਖਾ ਦੇਖੀ ਹੁੰਦੇ ਨਾ ਵੀ ਮੁਖਤਿਆਰ ਸਿੰਘ ਨੇ 20 ਦਿੱਤੇ, ਚੱਲ ਤੂੰ ਵੀ 20 ਦੇ, ਮੈਂ ਘੱਟ ਆ ਮੈਂ ਵੀ 20 ਦੇਉਂ, ਮੈਂ ਘੱਟ ਆ। ਉਹ ਕਹਿੰਦੇ ਵੀ ਐਂ ਇੱਕ ਗਵਾਈਏ ਨੇ ਨਾ 3 ਜਣਿਆਂ ਨੂੰ 5-500 ਰੁਪਇਆ ਫੜਾਤਾ। ਠੀਕ ਹੈ। ਵੀ ਲੋਕ ਆਪੇ ਦੇਖ ਕੇ 3 ਜਣਿਆਂ ਨੂੰ ਵੀ 500 ਵਾਲੇ 25-30 ਜਣੇ ਹੋਰ ਆ ਜਾਣਗੇ। ਠੀਕ। ਉਹ ਖਾੜਾ ਖਤਮ ਹੋ ਗਿਆ 2-2.5 ਘੰਟੇ ਦਾ, 3 ਜਣੇ ਆਏ ਹੀ ਨਹੀਂ। ਉਹ 500 ਰੁਪਏ ਲੈ ਕੇ ਘਰ ਨੂੰ ਚਲੇ ਗਏ। ਗਾਇਕ ਸਾਹਿਬ ਲੱਭਣ, ਹਾਂ ਵੀ ਖਾਣਾ ਲਾ ਕੇ, ਨਾਲੇ ਬੋਲੀਆਂ ਪਾ ਤਾਂ ਕੇ। ਉੱਥੋਂ ਇਕੱਠੇ ਨਹੀਂ ਹੋਏ ਪੈਸੇ, ਨਾਲੇ 1500 ਗਵਾ ਲਿਆ। ਹਾਂ ਕਹਿੰਦੇ ਬੋਲੀਆਂ ਪਾਉਣ ਤੋਂ ਬਾਅਦ ਜਦੋਂ ਸਾਰਾ ਖਾੜਾ ਨਿਬੜ ਗਿਆ ਹਾਂਜੀ ਤੇ ਗਾਇਕ ਭੀੜ ਚੋਂ ਬੰਦਾ ਲੱਭੀ ਜਾਵੇ ਵੀ ਯਾਰ ਇੱਥੇ ਸੀ ਕੋਈ, ਯਾਰ ਉਹਦੀਆਂ ਬੋਦੀਆਂ ਜੀਆਂ ਐ ਨੂੰ ਸੀ। ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਜਿਹੜੇ ਪੈਸੇ ਜਿਹਦੇ ਕੋਲ ਜਾਣੇ ਉਹ ਚਲੇ ਹੀ ਜਾਣੇ। ਉਹ ਤਾਂ ਚਲੇ ਗਏ, ਹਾਂ। ਰਾਤ ਹੀ ਚਲੇ ਗਏ ਸੀ। ਹੁਣ ਕਦੀ ਪਾਰਟੀ ਖਾਣ ਜਾਣੀ? ਨਹੀਂ ਮੈਂ ਤਾਂ ਜੇਬ 'ਚ ਰੱਖਿਆ, ਕੁਛ ਨਹੀਂ ਕਰਨਾ, ਮੈਂ ਤਾਂ ਮੋਬਾਈਲ 'ਚ ਪੈਸੇ ਜੇ ਪਾਉਣੇ ਆਏ ਜਾਂ ਕਰਿਆ ਕਰਨਾ ਜਾ ਕੇ ਮੂਹਰੇ। ਉਹਦਾ ਵੀ ਕੋਈ ਭਰੋਸਾ ਨਹੀਂ ਅੱਜ ਕੱਲ, ਉਹਨੂੰ ਲੈ ਕੇ ਵੀ ਬਹੁਤ ਕੁਝ ਹੋਈ ਜਾਂਦਾ ਹੈ। ਉਹ QR ਕੋਡ ਲੱਭਦਾ ਸੀ ਉਹ, ਹਾਂ ਤੇ ਉਹਦੇ ਐਂ ਜੇ ਕੀਤਾ ਉਹਨੇ ਜਾ ਕੇ ਢੀਂ ਕਰਕੇ ਪੈਸੇ ਨਿਕਲ ਗਏ ਵਿੱਚੋਂ। ਉਹ ਕਈ ਵਾਰ ਏਦਾਂ ਹੀ ਢੀਂ ਕਰਕੇ ਸਾਰੇ ਨਿਕਲ ਜਾਂਦੇ ਹੁੰਦੇ ਆ। ਤੇ ਮੇਰੇ ਤਾਂ ਜੇਬ 'ਚੋਂ ਨਿਕਲ ਗਏ ਢੀਂ ਕਰਕੇ। ਚੱਲ ਕੋਈ ਗੱਲ ਨਹੀਂ, ਪਰ ਭਾਈ ਪੈਸੇ ਬਚਾ ਕੇ ਰੱਖਿਆ ਕਰੋ। ਹਾਂ ਪੈਸੇ ਬੜੇ ਕੀਮਤੀ ਹੁੰਦੇ ਆ ਜੀ, ਬਿਲਕੁਲ ਤੇ ਸਹੀ, ਪੈਸੇ ਬੜੀ ਮਿਹਨਤ ਨਾਲ ਬਣਦੇ ਆ। ਬਿਲਕੁਲ ਸਹੀ। ਮੈਂ ਗਵਾ ਲੈਣਾ ਚੀਜ਼ਾਂ, ਪਰ ਮੈਨੂੰ ਦੁੱਖ ਹੋਇਆ 500 ਰੁਪਇਆ ਗਿਆ। ਹਾਂ ਤੇ ਜਦ ਮਿਹਨਤ ਨਾਲ ਕਮਾਈ ਕੀਤੀ ਹੋਵੇ ਤਾਂ ਫਿਰ ਤਾਂ ਦੁੱਖ ਹੁੰਦਾ ਹੀ ਹੈ ਟਾਣਾ ਸਾਹਿਬ। ਹਾਂ ਸਾਰੇ ਜਣੇ ਆਪਣੀ ਜੇਬ ਦਾ ਖਿਆਲ ਰੱਖਿਆ ਕਰੋ, ਜੀ। ਜੇਬ ਦੇ ਉੱਤੇ ਬਟਨ ਲਵਾ ਲਓ। ਹਾਂ ਤੇ ਜੇਕਰ ਤੁਹਾਡੇ ਸਾਹਮਣੇ ਕਿਸੇ ਦੇ ਪੈਸੇ ਡਿਗੇ ਹੋਣ ਤਾਂ ਉਹਨੂੰ ਵਾਪਸ ਵੀ ਕਰ ਦਿਆ ਕਰੀਏ। ਫਿਰ ਜੇ ਵਾਪਸ ਕਰੋਗੇ ਇਹ ਚੰਗੀ ਗੱਲ ਹੈ। ਹਾਂ ਪਰ ਜੇ ਤੁਸੀਂ ਵਾਪਸ ਨਹੀਂ ਕਰੋਗੇ ਤਾਂ ਇਹ ਮਾੜੀ ਗੱਲ ਹੈ। ਬਿਲਕੁਲ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ।
ਟਾਣਾ ਸਾਹਿਬ ਹੁਣ ਉਸ ਖਬਰ ਦੀ ਗੱਲ ਵੀ ਕਰ ਲਈਏ ਜਿਹਦੇ ਨਾਲ ਆਪਾਂ ਸ਼ੁਰੂਆਤ ਕੀਤੀ ਸੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ। ਰੋਪੜਵਾਲ ਦੀ ਜੇ ਖਾਸ ਤੌਰ ਤੇ ਆਪਾਂ ਗੱਲ ਕਰੀਏ ਤਾਂ ਉੱਥੇ ਫਿਰ ਤੋਂ ਇੱਕ ਵਾਰ ਖਤਰੇ ਦੀ ਘੰਟੀ ਵੱਜਣ ਲੱਗ ਗਈ, ਲੋਕਾਂ ਦੇ ਘਰਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ। ਬਿਲਕੁਲ ਹਰਮਨ ਜੀ, ਆਪਾਂ ਪਹਿਲਾਂ ਵੀ ਗੱਲ ਕਹੀ ਸੀ, ਲੱਗੇ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਸੀ ਚੱਜ ਦਾ ਵਿਚਾਰ ਦੇ ਵਿੱਚ ਜੀ ਕਿ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ। ਉੱਥੇ ਹੁਣ ਤੱਕ 56-57 ਲੋਕਾਂ ਦੀ ਮੌਤ ਦੀ ਖਬਰ ਆ ਗਈ ਆ। ਸਹੀ। ਪਿਛਲੇ ਕੁਝ ਘੰਟੇ ਦੇ ਵਿੱਚ ਬੱਦਲ ਫਟੇ ਆ, ਪਿਛਲੇ ਕੁਝ ਘੰਟੇ ਦੇ ਵਿੱਚ ਚਟਾਨਾਂ ਡਿੱਗੀਆਂ, ਪਿਛਲੇ ਕੁਝ ਘੰਟੇ 'ਚ ਦਰਖਤ ਡਿੱਗੇ ਆ, ਕਈ ਥਾਵਾਂ ਦੇ ਉੱਤੇ ਘਰ ਡਿੱਗ ਪਏ ਆ, ਕਈ ਥਾਵਾਂ ਦੇ ਉੱਤੇ ਪਹਾੜ ਆ ਜਿਹੜੇ ਉਹ ਇੱਕ ਮੰਦਿਰ ਦੇ ਉੱਤੇ ਵੀ ਡਿੱਗਿਆ। ਮੰਦਿਰ ਦੇ ਉੱਤੇ ਸ਼ਿਮਲੇ ਦੇ ਵਿੱਚ ਪਹਾੜ ਡਿੱਗਾ ਤੇ ਮਲਬੇ ਥੱਲੇ ਕਈ ਲੋਕ ਆ ਗਏ ਆ, ਉੱਥੋਂ ਵੀ ਕਈ ਲਾਸ਼ਾਂ ਕੱਢੀਆਂ ਤੇ ਕਈ ਕਹਿੰਦੇ ਹਾਲੇ ਹੋਰ ਦਬੀਆਂ। ਮਤਲਬ ਇਹ ਆ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਬਹੁਤ ਵੱਡੇ ਪੱਧਰ ਤੇ ਪੈ ਰਿਹਾ, ਉਹਦੇ ਕਰਕੇ ਭਾਖੜਾ ਡੈਮ ਦਾ ਤੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਗਿਆ ਜੀ। ਸੋ ਇਸ ਕਰਕੇ ਹੁਣ ਗੇਟ ਖੋਲਣੇ ਪਏ ਆ, ਬੂਹੇ ਖੋਲ ਦਿੱਤੇ ਗਏ ਆ ਤੇ ਉਹ ਜਿਹੜੇ ਬੂਹੇ ਖੋਲੇ ਉਹਦੇ ਕਰਕੇ ਸਤਲੁਜ ਤੇ ਬਿਆਸ ਦਰਿਆ ਦੇ ਆਲੇ ਦੁਆਲੇ ਜਿਹੜੇ ਪਿੰਡ ਵਸਦੇ ਆ ਉਹ ਪਾਣੀ ਦੇ ਵਿੱਚ ਡੁੱਬ ਗਏ ਆ ਜੀ। ਗੋਡੇ ਗੋਡੇ ਪਾਣੀ ਕਈ ਥਾਵਾਂ ਤੇ ਆ ਗਿਆ। ਲੋਕਾਂ ਨੇ ਸਰਕਾਰ ਦੇ ਉੱਤੇ ਉਲਾਂਭਾ ਵੀ ਮੜਿਆ, ਉਹ ਕਹਿੰਦੇ ਵੀ ਸਾਨੂੰ ਤੁਸੀਂ ਅਗਾਊਂ ਜਾਣਕਾਰੀ ਦਿੱਤੀ ਨਹੀਂ ਵੀ ਗੇਟ ਖੋਲੇ ਜਾਣੇ ਆ, ਨਾ ਸਾਨੂੰ ਸੁਰੱਖਿਅਤ ਸਥਾਨ ਦੇ ਵੱਲ ਲਿਜਾਣ ਦਾ ਪ੍ਰਬੰਧ ਕੀਤਾ। ਪਰ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਵੀ ਅਸੀਂ ਸਾਰੇ ਹੀ ਲੋਕਾਂ ਨੂੰ ਢੰਗ ਦੀ ਸੁਰੱਖਿਅਤ ਥਾਂ ਦੇ ਵੱਲ ਲਿਜਾਣ ਲਈ ਵਚਨਬੱਧ ਆ, ਚਿੰਤਾ ਨਾ ਕਰੋ, ਇਸ ਮੁਸ਼ਕਲ ਦੇ ਨਾਲ ਅਸੀਂ ਸਾਰੇ ਮਿਲ ਕੇ ਲੜਾਂਗੇ ਤੇ ਇਸ ਤਰੀਕੇ ਦੇ ਨਾਲ ਤਰਕ ਪੇਸ਼ ਕੀਤੇ ਜੀ। ਇਹ ਟਾਣਾ ਸਾਹਿਬ 18 ਫੁੱਟ ਤੱਕ ਜਿਹੜੇ ਗੇਟ ਨੇ ਉਹ ਖੋਲ ਦਿੱਤੇ ਗਏ ਸੀ ਔਰ ਉਸ ਤੋਂ ਬਾਅਦ ਮੈਂ ਪੜ੍ਹ ਰਹੀ ਸੀ ਕਿ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦਾ ਵੀ ਬਿਆਨ ਆਇਆ ਸਾਹਮਣੇ। ਉਹਨਾਂ ਦਾ ਕਹਿਣਾ, ਕਹਿੰਦੇ ਕਿ ਲੋਕ ਕੱਲਾ ਇਹ ਵੇਖਣ ਦੇ ਲਈ ਨਾ ਆਉਣ ਕਿ ਹਾਲਾਤ ਕੀ ਹੋ ਗਏ, ਕੱਲਾ ਨਜ਼ਾਰਾ ਜਿਹਾ ਨਾ ਵੇਖਣ ਆਉਣ, ਬਲਕਿ ਇਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ, ਉਹਦੇ ਲਈ ਵੀ ਅੱਗੇ ਆਓ ਆਪਾਂ ਲੋਕਾਂ ਦੀ ਬਾਹ ਫੜੀਏ। ਬਾਕੀ ਇਹੋ ਜਿਹੇ ਹਾਲਾਤ ਤੁਸੀਂ ਵੇਖੋ ਕਿ ਪਹਿਲਾਂ ਤਾਂ ਟਾਣਾ ਸਾਹਿਬ ਆਪਾਂ ਜਦੋਂ ਜੇ ਥੋੜਾ ਜਿਹਾ ਪਿਛਲੇ ਦਿਨਾਂ ਦੀ ਆਪਾਂ ਗੱਲ ਕਰੀਏ ਉਦੋਂ ਤੱਕ ਇਹ ਗੱਲਾਂ ਵੱਲ ਆਪਾਂ ਗੌਰ ਕਰ ਰਹੇ ਸੀ ਕਿ ਝੋਨਾ ਸਾਰਾ ਸੜ ਗਿਆ ਹੈ ਨਾ, ਝੋਨੇ ਦੀ ਫਸਲ ਜਿਹੜੀ ਬਰਬਾਦ ਹੋ ਗਈ। ਤੇ ਤੁਸੀਂ ਇਹ ਵੇਖੋ ਉਹਦੇ ਨਾਲ ਹੀ ਮਸਾਂ ਲੋਕਾਂ ਨੂੰ ਥੋੜਾ ਜਿਹਾ ਇਹ ਕਹਿ ਲਓ ਵੀ ਸੁੱਖ ਦਾ ਸਾਹ ਆਉਣਾ ਸ਼ੁਰੂ ਹੋਇਆ ਸੀ ਕਿ ਪਾਣੀ ਘਟਣ ਲੱਗਿਆ ਸੀ ਜਿੱਥੇ ਪਹਿਲਾਂ ਹੜ੍ਹ ਦੀ ਮਾਰ ਪਈ ਹੈ। ਪਰ ਉਸ ਤੋਂ ਬਾਅਦ ਫਿਰ ਤੋਂ ਇਹ ਖਬਰਾਂ ਆ ਗਈਆਂ ਕਿ ਇੱਕ ਵਾਰ ਫਿਰ ਤੋਂ ਪਾਣੀ ਜਿਹੜਾ ਉਹ ਭਰਨ ਲੱਗ ਗਿਆ, ਜਿਹਦੇ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਸੋ ਇਸ ਲਈ ਹਾਲਾਤ ਬਹੁਤੇ ਚੰਗੇ ਨਹੀਂ ਹੈ। ਜਿਹੜੇ ਲੋਕ ਜਿੰਨਾ ਸਰ ਸਕਦਾ ਹੈ ਉਹਨਾਂ ਮਦਦ ਦੇ ਲਈ ਅੱਗੇ ਜ਼ਰੂਰ ਆਉਣ, ਲੋਕਾਂ ਦੀ ਮਦਦ ਕਰਨ। ਬਿਲਕੁਲ ਜੀ ਬਿਲਕੁਲ। ਤੇ ਅਗਲੀ ਗੱਲ ਇਹ ਆ ਵੀ ਤੁਸੀਂ ਬੰਨ ਟੁੱਟ ਗਿਆ ਜੀ, ਉਹਦੇ ਵਿੱਚ ਪਾੜ ਪੈ ਗਿਆ। ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ, ਇਹੋ ਜਿਹੀਆਂ ਖਬਰਾਂ ਵੀ ਆ ਰਹੀਆਂ। ਸੋ ਦੇਖੋ, ਪਾਣੀ ਬਿਨਾਂ ਮਨੁੱਖ ਦੀ ਜ਼ਿੰਦਗੀ ਨਹੀਂ, ਪਰ ਜੇਕਰ ਪਾਣੀ ਬੇਮੁਹਾਰਾ ਹੋ ਜੇ ਤੇ ਜ਼ਿੰਦਗੀ ਫੇਰ ਵੀ ਨਹੀਂ, ਜ਼ਿੰਦਗੀ ਫੇਰ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੀ, ਜ਼ਿੰਦਗੀ ਖਤਮ ਵੀ ਹੋ ਜਾਂਦੀ ਆ। ਸੋ ਆਓ ਇੱਕ ਤਾਂ ਆਪਾਂ ਅਰਦਾਸ ਕਰੀਏ ਵੀ ਭਾਈ ਸਾਰੇ ਪਾਸੇ ਹੀ ਚੰਗਾ ਰਵੇ ਮੌਸਮ। ਤੇ ਦੂਜੀ ਗੱਲ ਇਹ ਵੀ ਜਦੋਂ ਸੰਕਟ ਆ ਗਿਆ ਪੰਜਾਬੀਆਂ ਨੇ ਪੰਜਾਬੀਆਂ ਦੀ ਬਹੁਤ ਬਾਹ ਫੜੀ ਆ ਜੀ। ਪੰਜਾਬੀ ਉਵੇਂ ਹੀ ਨਹੀਂ ਜਿਵੇਂ ਕਿ ਨੈਸ਼ਨਲ ਮੀਡੀਆ ਪੇਸ਼ ਕਰਦਾ, ਤੇ ਪੰਜਾਬੀ ਪੰਜਾਬੀਆਂ ਦੀ ਮਦਦ ਵਾਸਤੇ ਅੱਗੇ ਵੀ ਬਹੁਤ ਆਉਂਦੇ ਆ। ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ, ਕਹਿੰਦਾ ਯਾਰ ਕਿ ਸਾਡੇ ਸੂਬੇ ਦੇ ਵਿੱਚ ਨਾ ਇੱਕ ਵਾਰ ਤੇ ਭੁਚਾਲ ਆ ਗਿਆ, ਭੁਚਾਲ ਆਉਣ ਦੇ ਕਰਕੇ ਤੇ ਲੋਕਾਂ ਦੇ ਮਕਾਨ ਮਕੂਨ ਡਿੱਗ ਪਏ ਤੇ ਬੜਾ ਨੁਕਸਾਨ ਹੋਇਆ। ਤੇ ਕਹਿੰਦਾ ਉੱਥੇ ਧਰਤੀ ਦੇ ਵਿੱਚ ਵੀ ਇਹੋ ਜਿਹੀਆਂ ਤਰੇੜਾਂ ਪਈਆਂ ਵੀ ਭਾਈ ਸ਼ਬਦਾਂ ਦੇ ਵਿੱਚ ਉਸ ਦਰਦ ਨੂੰ ਬਿਆਨ ਹੀ ਨਹੀਂ ਕਰ ਸਕਦੇ, ਬੜੇ ਲੋਕ ਮਰੇ। ਕਹਿੰਦਾ ਉੱਥੇ 170 ਕੇ 180 ਰੁਪਏ ਦੀ ਪਾਣੀ ਦੀ ਬੋਤਲ ਹੋ ਗਈ ਸੀ। ਤੇ ਮੈਂ ਮਨ ਦੇ ਵਿੱਚ ਸੋਚਦਾ ਹੁੰਦਾ ਵੀ ਯਾਰ ਸਾਡੀ ਰੀਸ ਫਿਰ ਕਿੱਥੇ ਕਰ ਲਵਾਂਗੇ, ਕਿਉਂਕਿ ਸਾਡੇ ਵਾਲੇ ਪਾਸੇ ਤਾਂ ਜਦੋਂ ਪਾਣੀ ਦੇ ਵਿੱਚ ਵੜ ਕੇ ਵੀ ਪਾਣੀ ਦੀ ਬੋਤਲ ਫੜਾਉਣ ਜਾਂਦੇ ਆ। ਤੇ ਹਾਲਾਤ ਇੱਕ ਵਾਰ ਫਿਰ ਮਦਦ ਕਰਨ ਵਾਲੇ ਬਣ ਗਏ ਆ ਤੇ ਆਓ ਫਿਰ ਆਪਾਂ ਆਪਣਿਆਂ ਦੀ ਮਦਦ ਕਰੀਏ। ਬਿਲਕੁਲ, ਔਰ ਇਹੀ ਟਾਈਮ ਹੈ ਟਾਣਾ ਸਾਹਿਬ, ਕਿਉਂਕਿ ਅਸਲ ਦੇ ਵਿੱਚ ਸੁੱਖ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਾਲ ਖੜ ਜਾਂਦੇ ਨੇ। ਜਦੋਂ ਵਿਪਤਾ ਪੈਂਦੀ ਹੈ ਕੋਈ, ਜਦੋਂ ਕੋਈ ਦੁੱਖ ਦੀ ਘੜੀ ਹੁੰਦੀ ਹੈ, ਉਦੋਂ ਹੀ ਪਤਾ ਲੱਗਦਾ ਕਿ ਅਸਲ 'ਚ ਆਪਣਾ ਹੈ ਕੌਣ। ਸੋ ਫਿਰ ਉਹੀ ਗੱਲ ਹੈ ਕਿ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ, ਜਿੰਨੇ ਜੋਗੇ ਵੀ ਹੋ ਆਓ ਅੱਗੇ ਆਈਏ ਤੇ ਆਪਣੇ ਲੋਕਾਂ ਦੀ, ਆਪਣੇ ਪੰਜਾਬੀਆਂ ਦੀ ਮਦਦ ਕਰੀਏ। ਤੇ ਥੋੜਾ ਜਿਹਾ ਨਿਗਾਹ ਵੀ ਰੱਖੀ ਜਾਏ ਵੀ ਕੌਣ ਕੌਣ ਆਉਂਦੇ ਆ ਜੀ, ਗਵਈਏ ਕਿੰਨੇ ਆਉਂਦੇ ਆ, ਨੇਤਾ ਕਿੰਨੇ ਆਉਂਦੇ ਆ, ਪੱਤਰਕਾਰ ਕਿੰਨੇ ਆਉਂਦੇ ਆ, ਤੇ ਬਾਕੀ ਵੱਖ-ਵੱਖ ਮਹਿਕਮਿਆਂ ਦੇ ਲੋਕ ਕਿੰਨੇ ਆਉਂਦੇ ਆ। ਉੱਥੇ ਪਟਵਾਰੀ ਸਾਹਿਬਾਨ ਜਾਂ ਕਨਗੋ ਸਾਹਿਬਾਨ ਕਿੰਨੇ ਪਹੁੰਚਦੇ ਆ, ਗਰਦੌਰੀਆਂ ਕਿੰਨੀਆਂ ਹੋ ਰਹੀਆਂ, ਇਹ ਸਾਰੀ ਗੱਲ ਦੇ ਵੱਲ ਬਾਜ਼ ਅੱਖ ਰੱਖਿਓ ਜੀ। ਕੌਣ ਕੌਣ ਕੀ ਕਰ ਰਿਹਾ ਹੈ, ਇਸ ਗੱਲ ਦਾ ਖਿਆਲ ਰੱਖਣਾ ਪਊ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟਾਣਾ ਸਾਹਿਬ। ਬਿਲਕੁਲ ਹਰਮਨ ਜੀ, ਬਿਲਕੁਲ। ਅਸਲ ਦੇ ਵਿੱਚ ਨਾ ਇੱਕ ਯੂਨੀਵਰਸਿਟੀ ਦੇ ਵੱਲੋਂ ਤੇ ਗੁਰਮੀਤ ਰਾਮ ਰਹੀਮ ਨੂੰ ਡਾਕਟਰ ਬਣਾ ਦਿੱਤਾ ਗਿਆ। ਹਨੀਪ੍ਰੀਤ ਵੀ ਡਾਕਟਰ ਬਣ ਗਈ ਆ। ਇਹਨਾਂ ਨੇ ਪ੍ਰਾਪਤੀਆਂ ਕਹਿੰਦੇ ਬਹੁਤ ਵੱਡੀਆਂ ਹਾਸਲ ਕੀਤੀਆਂ ਤੇ ਇਸ ਕਰਕੇ ਉਹਨਾਂ ਨੂੰ ਡਾਕਟਰੇਟ ਦੀ ਉਪਾਧੀ ਮਿਲ ਗਈ ਆ। ਅੱਛਾ ਜੀ। ਹੁਣ ਜਿਹਨੂੰ ਆਪਾਂ ਰੂਹ ਦੀ ਕਹਿੰਦੇ ਆ, ਜਿਹਨੂੰ ਪਾਪਾ ਦੀ ਪਰੀ ਕਹਿੰਦੇ ਆ, ਉਹ ਡਾਕਟਰ ਹਨੀਪ੍ਰੀਤ ਆ। ਓਕੇ, ਡਾਕਟਰ ਰੂਹ ਦੀ। ਅੱਛਾ ਜੀ। ਹਾਂ। ਤੇ ਡਾਕਟਰ ਗੁਰਮੀਤ ਰਾਮ ਰਹੀਮ? ਹਾਂਜੀ।
ਅੱਛਾ ਜੀ, ਅਸਲ ਦੇ ਵਿੱਚ ਟਾਣਾ ਸਾਹਿਬ ਇਹ ਜਰਮਨ ਦੀ ਕੋਈ ਯੂਨੀਵਰਸਿਟੀ ਹੈ, ਉਹਨੇ ਵੈਦਿਕ ਮੈਡੀਸਨ ਉਹਦੇ ਵਿੱਚ ਡਾਕਟਰੇਟ ਦੀ ਜਿਹੜੀ ਉਪਾਧੀ ਆ ਉਹ ਇਹਨਾਂ ਦੋਵਾਂ ਨੂੰ ਦਿੱਤੀ ਹੈ। ਔਰ ਪਿਛਲੇ ਦਿਨੀ ਤਾਂ ਜਨਮ ਦਿਨ ਵੀ ਨਿਕਲ ਕੇ ਗਿਆ ਗੁਰਮੀਤ ਰਾਮ ਰਹੀਮ ਹੋਰਾਂ ਦਾ। ਬਿਲਕੁਲ ਜੀ, ਬਿਲਕੁਲ 56ਵਾਂ ਜਨਮ ਦਿਨ ਜੀ ਗੁਰਮੀਤ ਰਾਮ ਰਹੀਮ ਦਾ 15 ਅਗਸਤ ਨੂੰ ਮਨਾਇਆ ਗਿਆ ਤੇ ਵੱਡੇ ਪੱਧਰ ਦੇ ਉੱਤੇ ਮਨਾਇਆ ਗਿਆ ਤੇ ਜੇਲ੍ਹ ਹੋਣ ਤੋਂ ਬਾਅਦ ਪਹਿਲੀ ਵਾਰ ਬਾਹਰ ਆ ਕੇ ਮਨਾਇਆ ਗਿਆ, ਕਿਉਂਕਿ ਇਸ ਵੇਲੇ ਪੈਰੋਲ ਦੇ ਉੱਤੇ ਆ ਜੀ ਬਿਲਕੁਲ ਤੇ ਇਹ ਵੀ ਪਤਾ ਲੱਗਾ ਵੀ ਹਨੀਪ੍ਰੀਤ ਆ ਜਿਹੜੀ ਉਹਦੇ ਉੱਤੇ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਨਾ ਉਹਨਾਂ ਦੀ ਨਿਗਾਹ ਇਸ ਕਰਕੇ ਵੀ ਇਹਨੇ ਸਮਾਜ ਸੇਵੀ ਕੰਮ ਬਹੁਤ ਕੀਤੇ ਆ। ਹਨੀਪ੍ਰੀਤ ਨੇ ਕਹਿੰਦੇ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ 100 ਤੋਂ ਵੱਧ ਸਮਾਜ ਸੇਵੀ ਕੰਮਾਂ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ। ਕਹਿੰਦੇ ਵੀ ਇਸ ਕਰਕੇ ਡਾਕਟਰ ਨਹੀਂ ਬਣਾਉਣਾ ਹੀ ਬਣਾਉਣਾ ਸੀ। ਅੱਛਾ ਜੀ, ਹਾਂਜੀ, ਇਹ ਚਲੋ ਲੋਕਾਂ ਦੀ ਵੱਖੋ ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਇਸ ਸਾਰੇ ਮਾਮਲੇ ਦੇ ਉੱਪਰ ਸਾਹਮਣੇ ਆ ਰਹੀ ਹੈ। ਟਾਣਾ ਸਾਹਿਬ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਹੈ, ਪਰ ਇਹ ਗੱਲਾਂ ਪਤਾ ਨਹੀਂ ਕਿਉਂ ਸਮਝ ਤੋਂ ਬਾਹਰ ਜੇ ਦੀਆਂ ਲੱਗਦੀਆਂ ਨੇ। ਮਤਲਬ ਕੀ ਪ੍ਰਤੀਕਿਰਿਆ ਦਿੱਤੀ ਜਾਵੇ ਇਹ ਵੀ ਸਮਝ ਨਹੀਂ ਆਉਂਦਾ। ਇੱਕ ਪਾਸੇ ਸਜ਼ਾ ਹੁੰਦੀ ਆ ਜੀ, ਦੂਜੇ ਪਾਸੇ ਸਮਾਜ ਸੇਵੀ ਹੋਣ ਕਰਕੇ ਉਪਾਧੀ ਮਿਲਦੀ ਆ। ਪਤਾ ਨਹੀਂ ਸਮਝ ਤੋਂ ਬਾਹਰ ਕਦੇ ਕੁਛ ਗੱਲ ਆਉਂਦੀ ਆ, ਕਦੇ ਕੁਛ ਗੱਲ ਆਉਂਦੀ ਆ। ਲੋਕਾਂ ਦਾ ਇੱਕ ਹਿੱਸਾ ਭੰਬਲ ਭੂਸੇ ਦੇ ਵਿੱਚ ਅਕਸਰ ਪੈਂਦਾ। ਸਹੀ। ਪਰ ਮੈਂ ਇੱਕ ਹੋਰ ਗੱਲ ਦੱਸਦਾ, ਗੁਰਮੀਤ ਰਾਮ ਰਹੀਮ ਨੂੰ ਹੁਣ ਤੱਕ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਬੜੀ ਵਾਰ ਪੈਰੋਲ ਮਿਲੀ ਆ। ਸਹੀ। ਜਦੋਂ ਵੀ ਪੈਰੋਲ ਮਿਲੀ ਆ ਨਾਲ ਦੀ ਨਾਲ ਸਵਾਲ ਇਹ ਉੱਠਿਆ ਵੀ ਭਾਈ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੁੰਦੀ ਤੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਕਿਉਂ ਮਿਲ ਜਾਂਦੀ ਆ। ਬਿਲਕੁਲ ਸਹੀ। ਜਦੋਂ ਇਹ ਗੱਲ ਕਹਿੰਦੇ ਆ ਤੇ ਫਿਰ ਡੇਰਾ ਪ੍ਰੇਮੀਆਂ ਦੇ ਵਿੱਚੋਂ ਕੁਝ ਇੱਕ ਭੈਣਾਂ ਵੀਰਾਂ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ, ਉਹ ਗੁੱਸਾ ਕਰਦੇ ਆ ਵੀ ਤੁਸੀਂ ਸਾਡੇ ਪਿਤਾ ਜੀ ਬਾਰੇ ਐਂ ਕਿਉਂ ਕਹਤਾ। ਅਸੀਂ ਇਹ ਗੱਲ ਕਹਿੰਦੇ ਆ ਕਿ ਬੰਦੀ ਸਿੰਘਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਨਾਲੇ ਹਰ ਇੱਕ ਬੰਦੇ ਦੇ, ਜੇਕਰ ਕਿਸੇ ਇੱਕ ਦੇ ਮਨੁੱਖੀ ਅਧਿਕਾਰ ਨੇ ਤਾਂ ਫਿਰ ਹਰ ਇੱਕ ਬੰਦੇ ਦੇ ਮਨੁੱਖੀ ਅਧਿਕਾਰ ਹੁੰਦੇ ਨੇ ਨਾ। ਜੇਲ੍ਹ ਦੇ ਵਿੱਚ ਜਿੰਨੇ ਵੀ ਕੈਦੀ ਨੇ ਉਹਨਾਂ ਸਾਰਿਆਂ ਦੇ ਮਨੁੱਖੀ ਅਧਿਕਾਰ ਵੀ ਫਿਰ ਹੈਗੇ ਨੇ। ਤੇ ਕੀ ਜਿਸ ਤਰੀਕੇ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ ਹਰ ਵਾਰ ਪੈਰੋਲ ਮਿਲਦੀ ਹੈ ਉਦਾਂ ਹੀ ਬਾਕੀ ਕੈਦੀਆਂ ਨੂੰ ਵੀ ਮਿਲਦੀ ਹੈ ਜਾਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਹੈ। ਬਿਲਕੁਲ। ਤੇ ਇੱਕ ਹੋਰ ਗੱਲ ਦੱਸਦਾ, ਇੱਕ ਟੀਵੀ ਚੈਨਲ ਹਿੰਦੀ ਦਾ ਉੱਤੇ ਚਲੀ ਜਾਵੇ ਹਨੀਪ੍ਰੀਤ यानी कि रूह दी और गुरमीत राम रहीम में अब आपस में खटपटी हुई। हाँ, एक दिन तक खबरें आ रही सी, एक खबर आई जावे जी, ਤੇ ਮੈਂ ਕਿਹਾ ਵੀ ਆਪਾਂ ਨਹੀਂ ਇਹ ਸਾਂਝੀ ਕਰਨੀ। क्यों? ਆਪਣੇ ਤਾਂ ਐਵੇਂ ਤਵਾ ਲੱਗ ਜਾਣਾ क्यों? ਵੀ ਤੁਸੀਂ ਫੇਰ ਸਾਡੇ ਬਾਰੇ ਐਂ ਕਹਿਤਾ। ਇਹ ਹਿੰਦੀ ਦੇ ਵਿੱਚ ਸੀ, हाँ, ਸਾਡਾ ਇਹਦੇ ਵਿੱਚ ਕੋਈ ਯੋਗਦਾਨ ਨਹੀਂਗਾ। पर हिंदी वाले बहुत कहते ने ये ਕੀ खटपटी बहुत ज्यादा हुई है। पर मैं तो कल फोटोआं वेखियां बूटे बाटे इकट्ठे ही लाउंदे सी। ਨਹੀਂ ਤਾਂ ਵਧੀਆ ਗੱਲ ਆ। ਜੀ। ਦੇਖੋ ਬੂਟੇ ਤਾਂ ਲਾਉਣੇ ਚਾਹੀਦੇ ਹਰ ਇੱਕ ਨੂੰ ਲਾਉਣੇ ਸਮਾਜ ਚਾਹੀਦੇ। ਸੇਵੀ ਕੰਮ ਤਾਂ ਜਿੱਥੇ ਵੀ ਮੌਕਾ ਮਿਲੇ ਉਹ ਕਰਨਾ ਚਾਹੀਦਾ। ਕਹਿੰਦੇ 56ਵਾਂ ਜਨਮ ਦਿਨ ਸੀ ਤੇ 56 ਬੂਟੇ ਲਾਏ ਗਏ ਨੇ ਤੇ ਹੁਣ ਹਰ ਸਾਲ ਇੱਕ ਇੱਕ ਬੂਟਾ ਜਿਹੜਾ ਉਹ ਵਧਾ ਦਿੱਤਾ ਜਾਊਗਾ। ਬਿਲਕੁਲ ਜੀ। ਤੇ ਖੂਨਦਾਨ ਕੈਂਪ ਵੀ ਲਾਏ ਜਾਂਦੇ ਆ ਜੀ, ਸਫਾਈ ਵੀ ਕੀਤੀ ਜਾਂਦੀ ਆ, ਬੂਟੇ ਵੀ ਲਾਏ ਜਾਂਦੇ ਆ। ਜਿਹੜੀ ਗੱਲ ਚੰਗੀ ਆ ਉਹ ਚੰਗੀ ਆ, ਜੀ ਪਰ ਜਿਹੜੇ ਦੋਸ਼ ਆ ਉਹ ਵੀ ਦੋਸ਼ ਆ। ਬਿਲਕੁਲ। ਜਿਹੜੀ ਸਜ਼ਾ ਉਹ ਵੀ ਸਜ਼ਾ, ਤੇ ਉਹ ਵੀ ਕਾਨੂੰਨ ਦੇ ਮੁਤਾਬਕ ਸਜ਼ਾ ਮਿਲੀ ਹਾਂ। ਹੋਈ ਕੋਈ ਹੈ। ਇਹ ਤਾਂ ਹੈ ਨਹੀਂ ਵੀ ਭਾਈ ਕਿਸੇ ਨੇ ਐਵੇਂ ਤੁਰੇ ਜਾਂਦੇ ਨੇ ਸਜ਼ਾ ਸੁਣਾਤੀ ਆ। ਉਹ ਕੇਸ ਚੱਲਿਆ, ਲੰਮਾ ਸਮਾਂ ਚੱਲਿਆ। ਆਪਾਂ ਇਸ ਗੱਲ ਨੂੰ ਵੀ ਮੰਨੀਏ ਵੀ ਭਾਈ ਐਦਾਂ ਵੀ ਹੈ ਤੇ ਜਿਹੜਾ ਆਪਾਂ ਨੂੰ ਦਿਸਦਾ ਬੂਟੇ ਲਾਏ ਭਾਈ ਇਦਾਂ ਵੀ ਹੈ। ਤੇ ਟਾਣਾ ਸਾਹਿਬ ਇੱਕ ਹੋਰ ਹੈਰਾਨੀਜਨਕ ਗੱਲ ਉਹਨਾਂ ਨੇ ਕਹੀ ਹੈ, ਮਤਲਬ ਹਾਲਾਂਕਿ ਵਿਗਿਆਨ ਦੀ ਜੇ ਗੱਲ ਕਰੀਏ ਵਿਗਿਆਨ ਇਸ ਚੀਜ਼ ਨੂੰ ਮੰਨਦਾ ਨਹੀਂ, ਪਰ ਉਹ ਤਾਂ ਕਹਿੰਦੇ ਮੈਂ ਸਬੂਤ ਵੀ ਪੇਸ਼ ਕਰ ਸਕਦਾ ਕਿ ਇਹ ਗੱਲ ਸੱਚੀ ਹੈ। ਕਿਹੜੀ? ਕਹਿੰਦੇ ਮੇਰਾ ਬਲੱਡ ਗਰੁੱਪ ਬਦਲ ਗਿਆ। ਅੱਛਾ, ਖੂਨ ਦਾ ਨਮੂਨਾ। ਜੀ, ਉਹਨਾਂ ਨੇ ਆਪਣੇ 2 ਡਰਾਈਵਿੰਗ ਲਾਇਸੈਂਸ ਦਿਖਾਏ ਨੇ। ਇੱਕ 1991 ਤੋਂ ਪਹਿਲਾਂ ਕਹਿੰਦੇ ਜਿਹੜਾ ਮੇਰਾ ਬਲੱਡ ਦਾ ਗਰੁੱਪ ਸੀ ਉਹ O ਪੋਜ਼ਿਟਿਵ ਸੀ, ਪਰ 1991 ਤੋਂ ਬਾਅਦ ਜਦੋਂ ਦੁਬਾਰਾ ਤੋਂ ਮੈਂ ਕਹਿੰਦੇ ਆਪਣਾ ਜਿਹੜਾ ਡਰਾਈਵਿੰਗ ਲਾਇਸੈਂਸ ਉਹ ਬਣਾਇਆ ਤੇ ਉਦੋਂ ਉਹ ਨੈਗੇਟਿਵ ਆ ਉਹਦੇ ਦੇ ਵਿੱਚ ਬਲੱਡ ਗਰੁੱਪ। ਦੇਖੋ ਵੀ ਮੈਂ ਤਾਂ ਹੁਣ ਤੱਕ ਇਹੀ ਪੜਿਆ ਵੀ ਭਾਈ ਜਿਹੜਾ ਗਰੁੱਪ ਹੁੰਦਾ ਬੰਦੇ ਦਾ ਉਹੀ ਰਹਿੰਦਾ। ਪਰ ਮੈਂ ਜਿਹੜੀ ਆਹ ਖਬਰ ਪੜ੍ਹੀ ਆ ਇਹ ਜਾਣਿਆ ਤੇ ਮੇਰੇ ਲਈ ਹੈਰਾਨੀ ਵਾਲੀ ਗੱਲ। ਉਹ ਕਹਿੰਦੇ ਅਸਲ ਦੇ ਵਿੱਚ ਦੇ ਪਿੱਛੇ ਵੀ ਇੱਕ ਕਹਾਣੀ ਹੈ। ਕੀ? ਜਦੋਂ ਸ਼ਾਹ ਸਤਨਾਮ ਹੋਰੀ ਆਪਣਾ ਸਰੀਰ ਤਿਆਗ ਰਹੇ ਸੀ ਨਾ ਤੇ ਮੈਂ ਉਹਨਾਂ ਨੂੰ ਕੋਲ ਖੜੇ ਹੋ ਕੇ ਕਿਹਾ ਸੀ ਵੀ ਤੁਸੀਂ ਮੇਰਾ ਸਰੀਰ ਲੈ ਲਓ ਤੇ ਉਹਦੇ ਕਰਕੇ ਇਹ ਬਲੱਡ ਗਰੁੱਪ ਬਦਲ ਗਿਆ। ਦੇਖੋ ਬਾਈ, ਰੱਬ ਜਾਣਦਾ ਵਿਚਲੀਆਂ ਗੱਲਾਂ ਕੀ ਆ। ਇਹਨਾਂ ਗੱਲਾਂ ਦੇ ਉੱਤੇ ਜੇਕਰ ਟਿੱਪਣੀ ਕਰਦੇ ਆ ਤਾਂ ਕਿਸੇ ਆਪਣੇ ਪੰਜਾਬੀ ਭੈਣ ਵੀਰ ਦੇ ਮਨ ਦੇ ਉੱਤੇ ਸੱਟ ਵੱਜਦੀ। ਵਿਗਿਆਨ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ। ਵਿਗਿਆਨ ਇਹਨਾਂ ਗੱਲਾਂ ਨੂੰ ਬਿਲਕੁਲ ਨਹੀਂ ਮੰਨਦਾ ਤੇ ਆਸਥਾਵਾਨ ਲੋਕ ਜਿੱਥੇ ਜਿਹਦੀ ਜੁੜੀ ਆ ਤਾਰ ਤੇ ਉਹ ਕਹਿੰਦੇ ਵੀ ਭਾਈ ਐਵੇਂ ਹੀ ਹੁੰਦਾ। ਤੇ ਭਾਈ ਅਸੀਂ ਵੈਸੇ ਵਿਗਿਆਨ ਵਾਲੇ ਪਾਸੇ ਖੜੇ ਆ। ਅਸੀਂ ਵਿਗਿਆਨ ਵਾਲੇ ਪਾਸੇ ਖੜੇ ਆ ਤੇ ਬਾਕੀ ਜਿਹੜਾ ਜਿਵੇਂ ਚਿੱਤ ਕਰਦਾ ਉਵੇਂ ਠੀਕ ਹੈ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਕਾਦੀਆਂ ਜੀ? ਬੇਹੱਦ ਮੁਬਾਰਕਾਂ। ਨਹੀਂ ਮੁਬਾਰਕਾਂ ਲਈ ਸ਼ੁਕਰੀਆ, ਪਰ ਕਾਦੀ ਵੀ ਮੁਬਾਰਕ? ਸਾਰੇ ਪੰਜਾਬੀ ਭੈਣਾਂ ਵੀਰ ਦਿਓ ਮੁਬਾਰਕਾਂ। ਉਹ ਕਾਦੀਆਂ ਮੁਬਾਰਕਾਂ? ਇਹਨਾਂ ਨੂੰ ਇੰਨੀਆਂ ਮੁਬਾਰਕਾਂ ਵੀ ਪੁੱਛੋ ਕੁਛ ਨਾ। ਟਾਣਾ ਸਾਹਿਬ ਅੱਜ ਮੈਂ ਪਾਰਟੀ ਨਹੀਂ ਦੇਣੀ ਕੋਈ। ਕਿਉਂ? ਐਵੇਂ 500 ਰੁਪਏ ਫੇਰ ਗਵਾ ਲਓਗੇ। ਆਪਦੇ ਪਿੰਡ ਗਿੜਦਾ ਪਾ ਪਾ ਕੇ ਧਰਤੀ ਪੱਟਤੀ ਤੇ ਸੱਚੀ ਮੁੱਚੀ ਧਰਤੀ ਪੱਟ ਦਿੰਦੇ ਹੁੰਦੇ ਹਨ। ਇਹਨਾਂ ਦੇ ਪਿੰਡ 'ਚ ਤੀਆਂ ਮਨਾਈਆਂ ਗਈਆਂ। ਹਾਂਜੀ। ਉੱਥੇ ਤੀਆਂ ਦੇ ਤਿਉਹਾਰ ਦੇ ਵਿੱਚ ਇਹਨਾਂ ਨੇ ਇੰਨਾ ਗਿੱਧਾ ਪਾਇਆ ਜੰਡਿਆਲਾ ਹਿੱਲ ਗਿਆ, ਆਏ ਹਾਏ ਹਾਏ, ਧੀਣਾ ਹਿੱਲ ਗਿਆ, ਹਾਂ ਖੁਸਰੋਪੁਰ ਹਿੱਲ ਗਿਆ। ਠੀਕ ਆ, ਆਪਾਂ ਸਾਰਾ ਕੁੱਕੜ ਪਿੰਡ ਹਿੱਲ ਗਿਆ। ਹਿਲਾਉਣ ਗਏ ਸੀ ਉੱਥੇ। ਟਾਣਾ ਸਾਹਿਬ ਹੱਦ ਹੋ ਗਈ। ਧਰਤੀ ਕਦੇ ਨਾ ਹਿੱਲੇ, ਇਹ ਠੀਕ ਰਵੇ ਉਦਾਂ ਹੀ।
ਬਹੁਤ ਨੁਕਸਾਨ ਹੁੰਦਾ ਜਦੋਂ ਧਰਤੀ ਤੇ ਹਿਲਦੀ ਜਦੋਂ ਹੈ। ਗਾਣੇ ਚੱਲਦੇ ਆ ਵੀ ਭਾਈ ਧਰਤੀ ਹਿਲਾ ਦਿੰਨੇ ਆ ਤਾਂ ਜੀ ਆਖੇ ਮੈਂ ਲੁਧਿਆਣੇ ਨੱਚਦੀ ਸੀ ਤੇ ਮੇਰੀ ਧਮਕ ਜਲੰਧਰ ਪੈਂਦੀ ਅੱਛਾ ਤੇ ਉਦੋਂ ਫਿਰ ਲੈ ਤੇ ਇਹਦੇ ਮਤਲਬ ਵੀ ਜਦੋਂ ਬੋਲੀ ਆਉਂਦੀ ਹੈ ਵੀ ਗਿੱਧੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਟੇਕਦਾ, ਤੁਸੀਂ ਕਦੋਂ ਸੂਰਜ ਨੂੰ ਹੱਥ ਜੋੜ ਕੇ ਮੱਥਾ ਟੇਕਦੇ ਵੇਖ ਤੇ ਲਿਆ? ਮੈਂ ਕਦੋਂ ਕਿਹਾ ਵੀ ਸੂਰਜ ਸਾਹਿਬ ਮੱਥਾ ਟੇਕਦੇ ਸੀ? ਹਾਂ ਹੱਦ ਹੁੰਦੀ ਹੈ ਕਿਸੇ ਚੀਜ਼ ਦੀ। ਕੁਝ ਕੁ ਗੱਲਾਂ ਜਿਹੜੀਆਂ ਸੰਕੇਤਕ ਤੌਰ ਤੇ ਕੀਤੀਆਂ ਜਾਂਦੀਆਂ ਨੇ। ਕਿਵੇਂ? ਦੁਬਾਰਾ ਬੋਲੀ ਸੁਣਾਓ। ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ। ਸੂਰਜ ਉਹਦਾ ਕੋਈ ਪਰਿਵਾਰਕ ਮੈਂਬਰ ਹੋ ਸਕਦਾ, ਉਹ ਸਤਿਕਾਰ ਦੇ ਵਿੱਚ ਕਹਿੰਦਾ ਵੀ ਮੇਰੀ ਮੰਮੀ ਜੀ ਮੱਥਾ ਟੇਕਦਾ, ਭੈਣ ਜੀ ਮੱਥਾ ਟੇਕਦਾ। ਬਿਲਕੁਲ ਸਹੀ। ਹਾਂ। ਟਾਣਾ ਸਾਹਿਬ ਇੱਕ ਗੱਲ ਕਹਾਂ, ਇਹ 500 ਵਾਲਾ ਸਦਮਾ ਹੀ ਹੈ। ਅੱਛਾ ਹਾਂ ਅੱਜ ਜਿਹੋ ਜਿਹੀਆਂ ਤੁਸੀਂ ਗੱਲਾਂ ਕਰ ਰਹੇ ਆ ਨਾ ਇਹ 500 ਵਾਲਾ ਸਦਮਾ ਹੀ ਹੈ। ਅੱਛਾ ਤੁਹਾਨੂੰ ਗਿਰਦਾ ਕਿੱਥੋਂ ਚੇਤੇ ਆ ਗਿਆ? ਮੈਂ ਤਾਂ ਚੇਤੇ ਆ ਗਿਆ, ਮੈਂ ਕਿਹਾ ਪਿੰਡਾਂ ਦੇ ਵਿੱਚ ਤੀਆਂ ਦੇ ਤਿਉਹਾਰ ਮਨਾਏ ਜਾ ਰਹੇ ਆ, ਵੱਖ-ਵੱਖ ਥਾਵਾਂ ਦੇ ਉੱਤੇ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ। ਤੀਆਂ ਉਵੇਂ ਤਾਂ ਨਹੀਂ ਜਿਵੇਂ ਹੁੰਦੀਆਂ ਸਨ ਸਹੀ ਕਿਹਾ। ਕਈ ਦਹਾਕੇ ਪਹਿਲਾਂ ਤੱਕ। ਉਦੋਂ ਕੁੜੀਆਂ ਚਿੜੀਆਂ ਆਉਂਦੀਆਂ ਸੀ ਸਹੁਰਿਓਂ ਚੱਲ ਕੇ ਤੇ ਪੇਕੇ ਪਿੰਡ ਦੇ ਵਿੱਚ ਆ ਕੇ ਤੇ ਜਿਹੜੀਆਂ ਬਾਕੀ ਸਖੀਆਂ ਸਹੇਲੀਆਂ ਹੁੰਦੀਆਂ ਸੀ ਦੁੱਖ ਸੁੱਖ ਵੀ ਕਰਦੀਆਂ ਸੀ। ਤੇਰੀ ਸੱਸ ਕਿਵੇਂ ਆ? ਮੇਰੀ ਤਾਂ ਐਂ ਆ। ਤੁਹਾਡੇ ਘਰੇ ਕਿਵੇਂ ਆ? ਸਾਡੇ ਤਾਂ ਇਉਂ ਆ। ਐਤਕੀ ਸਾਡੀ ਫਸਲਵਾੜੀ ਇਉਂ ਆ, ਤੁਹਾਡੀ ਕਿਵੇਂ ਆ? ਤੇਰਾ ਪ੍ਰਾਹੁਣਾ ਕੀ ਕਰਦਾ? ਮੇਰੇ ਵਾਲਾ ਤਾਂ ਕਰਦਾ। ਤੇਰਾ ਦਿਓਰ ਕੀ ਕਰਦਾ? ਮੇਰੇ ਵਾਲਾ ਤਾਂ ਕਰਦਾ। ਉਦੋਂ ਆਹ ਗੱਲਾਂ ਬਾਤਾਂ ਹੁੰਦੀਆਂ ਸੀ ਜੀ। ਤੇ ਫਿਰ ਉਹਨਾਂ ਨੇ ਖੁੱਲੀ ਥਾਂ ਦੇ ਉੱਤੇ ਮੈਂ ਨਾ ਨੱਚ ਨੱਚ ਕੇ ਨੇਰੀਆਂ ਲਿਆ ਦੇਣੀਆਂ, ਮਿੱਠੇ ਚੌਲ ਵਰਤਾਏ ਜਾਣੇ। ਪਰ ਅੱਜ ਕੱਲ ਤਾਂ ਹਰਮਨਜੀਤ ਤੀਆਂ ਦੇ ਮੁਕਾਬਲੇ ਹੀ ਰਹਿ ਗਏ ਆ ਵੀ ਸਟੇਜ ਦੇ ਉੱਤੇ ਤੇ ਤੀਆਂ ਲਵਾਈਆਂ, ਗਿੱਧਾ ਪਵਾਇਆ, 2 ਟੀਮਾਂ 5 ਟੀਮਾਂ 7 ਟੀਮਾਂ ਬਣ ਗਈਆਂ। ਤੇ ਉਹ ਚਲੋ ਫੇਰ ਵੀ ਜਿਉਂਦੇ ਰੱਖਣ ਦੇ ਲਈ ਤਾਂ ਕੋਸ਼ਿਸ਼ਾਂ ਹੈਗੀਆਂ ਵੀ ਭਾਈ ਅਸੀਂ ਉਸ ਚੀਜ਼ ਨੂੰ ਜਿਉਂਦੀ ਰੱਖੀਏ, ਪਰ ਉਹਦੇ ਵਿਚਲੀ ਉਹ ਪਹਿਲਾਂ ਵਾਲੀ ਰੂਹ ਹੈ ਨਹੀਂਗੀ। ਹਾਲਾਂਕਿ ਲੋਕਾਂ ਦੀ ਮਾਨਤਾ ਜਿਹੜੀ ਉਹ ਵੱਖੋ ਵੱਖਰੀ ਆ ਤੀਆਂ ਨੂੰ ਲੈ ਕੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਪਰ ਜੇਕਰ ਆਪਾਂ ਸਿਰਫ ਮਿਲ ਬੈਠਣ ਦੇ ਵਜੋਂ ਇਹ ਗੱਲ ਕਰੀਏ ਵੀ ਕੁੜੀਆਂ ਜਿਹੜੀਆਂ ਨੇ ਉਹ ਮਿਲ ਬੈਠਦੀਆਂ ਨੇ ਹਨਾ, ਆਪਣੇ ਸੁੱਖ ਦੁੱਖ ਕਰਦੀਆਂ ਨੇ, ਨੱਚਦੀਆਂ ਗਾਉਂਦੀਆਂ ਟੱਪਦੀਆਂ ਨੇ, ਤਾਂ ਉਸ ਸੰਦਰਭ 'ਚ ਵੇਖੀਏ ਤਾਂ ਇੱਕ ਚੰਗਾ ਉਪਰਾਲਾ। ਪਰ ਮੈਂ ਕਈ ਵਾਰ ਇਹ ਗੱਲ ਸੋਚਦੀ ਹੁੰਦੀ ਹਾਂ ਟਾਣਾ ਸਾਹਿਬ ਵੀ ਜੇਕਰ ਆਪਾਂ ਥੋੜੀ ਪਿਛਲਖੋਰੀ ਝਾਤ ਮਾਰੀਏ ਤਾਂ ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਸਾਡੀਆਂ ਜੇ ਭੂਆ ਦੀ ਗੱਲ ਕਰੀਏ, ਹੱਥੀਂ ਸਾਰਾ ਕੰਮ ਕਰਦੀਆਂ ਰਹੀਆਂ ਨੇ। ਪਸ਼ੂ ਸਾਂਭਣੇ, ਉਸ ਤੋਂ ਬਾਅਦ ਚਰਖਾ ਵੀ ਕੱਤਦੀਆਂ ਰਹੀਆਂ ਨੇ, ਆਪਣਾ ਦਾਜ ਵੀ ਬਣਾਉਂਦੀਆਂ ਰਹੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਹਨਾ। ਫਿਰ ਅਕਸਰ ਆਪਾਂ ਘਰਾਂ ਦੇ ਵਿੱਚ ਵੇਖਦੇ ਆ ਵੀ ਮਾਂ ਜਿਹੜੀ ਆ ਉਹ ਖੇਸੀ ਲਿਆ ਕੇ ਦਿਖਾਉਂਦੀ ਆ ਵੀ ਇਹਦੇ ਬੰਬਲ ਅਸੀਂ ਵੱਟੇ ਹੋਏ ਨੇ ਹਨਾ, ਇਹਦੀ ਕਢਾਈ ਮੈਂ ਕੱਢੀ ਹੋਈ ਹੈ, ਆ ਚਾਦਰਾਂ ਮੈਂ ਤਿਆਰ ਕੀਤੀਆਂ, ਆਪਣੇ ਸੂਟ ਮੈਂ ਤਿਆਰ ਕੀਤੇ, ਸਰਾਣੇ ਤੇ ਘੁੱਗੀ ਮੈਂ ਪਾਈ ਆ। ਜੀ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਘਰਾਂ 'ਚ ਲੋਕਾਂ ਦੇ ਪਈਆਂ ਹੋਣਗੀਆਂ ਹਨਾ। ਤੇ ਤੁਸੀਂ ਵੇਖੋ ਵੀ ਉਹ ਸਮਾਂ ਸਾਰਾ ਕੁਝ ਹੱਥੀਂ ਹੁੰਦਾ ਸੀ ਤੇ ਤਾਂ ਵੀ ਸਮਾਂ ਕੱਢ ਕੇ ਸਾਰਾ ਕੁਝ ਹੋ ਜਾਂਦਾ ਸੀ ਹਨਾ, ਵੀ ਸਾਰਾ ਕੁਝ ਬੁਣਾਈ ਕਢਾਈ ਸਿਲਾਈ ਸਭ ਕੁਝ ਹੁੰਦਾ ਸੀ। ਅੱਜ ਜ਼ਮਾਨਾ ਬਦਲ ਗਿਆ, ਸਾਰਾ ਕੁਝ ਮਸ਼ੀਨੀ ਤੌਰ ਦੇ ਉੱਪਰ ਹੋਣ ਲੱਗ ਗਿਆ ਵੀ ਘਰ ਦੇ ਕੰਮ ਵੀ ਆਪਾਂ ਮਸ਼ੀਨਾਂ ਦੀ ਵਰਤੋਂ ਦੇ ਨਾਲ ਕਰਦੇ ਆ ਹਨਾ। ਵੀ ਅੱਜ ਜੇ ਕੱਪੜੇ ਵੀ ਧੋਣੇ ਆ, ਮਸ਼ੀਨ ਦਾ ਬਟਨ ਪਿਆ, ਚੱਲ ਉਹਨੇ ਆਪੇ ਹੀ ਧੋ ਦੇਣੇ ਆ। ਪਰ ਤਾਂ ਵੀ ਅੱਜ ਸਮਾਂ ਹੈ ਨਹੀਂ, ਤਾਂ ਵੀ ਆਪਾਂ ਸਾਰੀਆਂ ਚੀਜ਼ਾਂ ਬਾਜ਼ਾਰੋਂ ਲੈ ਕੇ ਆਉਂਦੇ ਆ, ਤਾਂ ਵੀ ਅਸੀਂ ਆਪਣਾ ਦਾਜ ਜਿਹੜਾ ਆ ਜਾਂ ਕਹਿ ਲਓ ਜਿਹੜੀਆਂ ਚੀਜ਼ਾਂ ਅਸੀਂ ਵਿਆਹ ਤੋਂ ਬਾਅਦ ਕੁੜੀਆਂ ਸੋਚਦੀਆਂ ਨੇ ਵੀ ਮੈਂ ਨਾਲ ਲੈ ਕੇ ਜਾਣੀਆਂ ਨੇ ਜਾਂ ਮੇਰੇ ਸੂਟ ਮੈਂ ਤਿਆਰ ਕਰਨੇ, ਉਹ ਸਾਰਾ ਕੁਝ ਅਸੀਂ ਬਾਜ਼ਾਰੋਂ ਖਰੀਦ ਕੇ ਲਿਆਉਣੇ, ਵੀ ਸਮਾਂ ਹੀ ਹੈ ਨਹੀਂ। ਬਿਲਕੁਲ ਸਹੀ ਗੱਲ ਆ। ਪਰ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਕੱਲ ਉੱਥੇ ਗਏ ਸੀਗੇ ਤੇ ਮੂੰਹ ਤੇ ਚੁੰਨੀ ਲੈ ਕੇ ਕੀਤਾ ਕਦੇ? ਕੀਤਾ ਸੀ ਕਿ ਨਹੀਂ? ਸਹੀ ਦੱਸੋ। ਨਹੀਂ ਕੀਤਾ। ਕਿਉਂ? ਟਾਣਾ ਸਾਹਿਬ 500 ਦਾ ਸਦਮਾ। ਕਿਹੜੀਆਂ ਬੋਲੀਆਂ ਪਾਈਆਂ ਦੱਸੋ ਮੈਨੂੰ? ਬੋਲੀਆਂ ਕਿਹੜੀਆਂ ਸੀ? ਉਹ ਤੁਹਾਡੀ ਫੇਵਰੇਟ ਵਾਲੀ ਵੀ ਪਾਈ ਹੋਊਗੀ, ਹਰੇ ਹਰੇ ਘਾਹ ਉੱਤੇ ਸੱਪ ਫੂਕ ਮਾਰਦਾ। ਹਾਂ ਅੱਗੇ ਭੱਜੋ ਵੀਰੋ ਬਾਪੂ ਕੱਲਾ ਮੈਂ ਚਾਰਦਾ। ਹਾਂ, ਤੁਹਾਨੂੰ ਇਸ ਬੋਲੀ ਤੇ ਨਹੀਂ ਨਫ਼ਰਤ ਕਿਉਂ ਆ? ਨਫ਼ਰਤ ਦੀ ਗੱਲ ਨਹੀਂ, ਹਾਂ ਤੁਸੀਂ ਵੀਰ ਐਵੇਂ ਭਜਾਈ ਫਿਰਦੇ ਆ। ਵੀਰ ਦਾ ਭਾਵੇਂ ਗਿੱਟਾ ਦੁਖਦਾ ਹੋਵੇ, ਵੀਰ ਦੀਆਂ ਪਿੰਨੀਆਂ ਫੁੱਲੀਆਂ ਹੋਣ, ਵੀਰ ਦੇ ਭਾਵੇਂ ਗੋਡਾ ਬਦਲਾਇਆ ਹੋਵੇ ਹੁਣੇ, ਹਾਂ ਪਰ ਸੱਪ ਵੀ ਭਰਾ ਵੱਲ ਹੀ ਆਊ। ਹਰ ਗੱਲ ਦੇ ਪਿੱਛੇ ਤਰਕ ਨਹੀਂ ਹੁੰਦਾ। ਅੱਛਾ ਹਾਂ, ਕੁਝ ਕੁ ਤੇ ਮੈਂ ਇਹ ਸੋਚਿਆ ਵੀ ਤਰਕ ਤੋਂ ਬਿਨਾਂ ਗੱਲ ਕਾਦੀ। ਹਾਂ ਅੱਛਾ ਜੀ, ਠੀਕ ਹੈ ਟਾਣਾ ਸਾਹਿਬ। ਕੀਤਾ ਸੀ ਕਿ ਨਹੀਂ? ਸਹੀ ਦੱਸੋ। ਨਹੀਂ ਕੀਤਾ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਰੀਅਲ ਹੀਰੋਜ਼ ਤੇ ਰੀਲ ਹੀਰੋਜ਼ 'ਚ ਬੜਾ ਫਰਕ ਹੁੰਦਾ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਸਭ ਕੁਝ ਗਵਾਚ ਜਾਂਦਾ ਪਰ ਫਿਰ ਵੀ ਉਹਨਾਂ ਦੇ ਅੰਦਰ ਜਜ਼ਬਾ ਜਿਉਂਦਾ ਰਹਿੰਦਾ। ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਰੀਲ ਹੀਰੋ ਤੇ ਰੀਅਲ ਹੀਰੋ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਰੀਲ ਵਾਲਾ ਹੀਰੋ ਜਿਹੜਾ ਇੱਕ ਅੱਜ ਕੱਲ ਉਹਦੀ ਫਿਲਮ ਬਹੁਤ ਚੱਲ ਰਹੀ ਆ, ਉਹਨੇ ਗਦਰ ਪਾਇਆ ਵਿਆ। ਹਾਂ, ਤੇ ਕਹਿੰਦੇ ਵੀ ਜਿਹੜੇ ਪਾਕਿਸਤਾਨ ਵਾਲੇ ਜਿਹੜੇ ਉੱਥੋਂ ਦੇ ਵਸਨੀਕ ਆ, ਉਹ ਕਹਿੰਦੇ ਵੀ ਸਨੀ ਦਿਓਲ ਦੇ ਉੱਤੇ ਬੜੇ ਨਾਰਾਜ਼ ਆ ਵੀ ਤੂੰ ਜਦੋਂ ਵੀ ਆਉਣਾ ਸਾਡੇ ਦੇਸ਼ ਦੀ ਬੇਇੱਜ਼ਤੀ ਕਰਦਾ, ਤੂੰ ਕੁਝ ਵੀ ਕਹਿ ਦਿੰਦਾ ਤੇ ਕਹਿੰਦੇ ਵੀ ਅਸੀਂ ਤੈਨੂੰ ਪਸੰਦ ਨਹੀਂ ਕਰਦੇਗੇ। ਤੇ ਮੈਨੂੰ ਅੱਜ ਇੱਕ ਸੱਜਣ ਨੇ ਨਾ ਲਿਖ ਕੇ ਭੇਜਿਆ, ਕਹਿੰਦੇ ਲਾਹੌਰ ਵਾਲੇ ਵੀਰਾਂ ਨੂੰ ਬੇਨਤੀ ਆ
ਵੀ ਸਨੀ ਦਿਓਲ ਨੂੰ ਇੱਕ ਵਾਰੀ ਤੁਸੀਂ ਜਿੱਤਾ ਦਿਓ, ਜੇ ਕਦੇ ਜ਼ਿੰਦਗੀ 'ਚ ਪਾਕਿਸਤਾਨ ਵੜ ਗਿਆ ਕਹਿ ਦਿਓ। ਇਹ ਗੁਰਦਾਸਪੁਰ ਨਹੀਂ ਵੜੇ, ਹਾਂ ਇਹਨਾਂ ਨੇ ਉਧਰ ਕਿੱਥੇ ਵੜਨਾ। ਬਿਲਕੁਲ ਸਹੀ ਤੁਸੀਂ ਇਹਨਾਂ ਨੂੰ MP ਬਣਾ ਦਿਓ। ਹਾਂ ਤੇ ਕਦੇ ਵੀ ਨਹੀਂ ਤੁਹਾਨੂੰ ਦਿਖਣਗੇ। ਹਾਂ। ਚਲੋ ਖੈਰ ਉਹਨਾਂ ਨੂੰ ਛੱਡੋ ਟਾਣਾ ਸਾਹਿਬ, ਪਰ ਮੈਂ ਰੀਅਲ ਹੀਰੋ ਦੀ ਗੱਲ ਕਰ ਰਹੀ ਹਾਂ। ਇਹ ਰੀਅਲ ਹੀਰੋ ਦਾ ਨਾਮ ਹੈ ਜੀ ਇਕਬਾਲ ਸਿੰਘ। ਇਸ ਮੁੰਡੇ ਦੇ ਜਜ਼ਬੇ ਨੂੰ ਸੱਚੀ ਸਲਾਮ ਹੈ ਟਾਣਾ ਸਾਹਿਬ, ਕਿਉਂਕਿ ਅਸਲ ਦੇ ਵਿੱਚ ਕਹਿੰਦੇ ਕਿ ਇੱਕ ਵਾਰੀ ਹੇਮਕੁੰਟ ਸਾਹਿਬ ਤੋਂ ਵਾਪਸ ਆ ਰਹੇ ਸੀ ਤੇ ਚੰਡੀਗੜ੍ਹ ਦੇ ਕੋਲ ਇੱਕ ਹਾਦਸਾ ਹੋਇਆ ਜਿਹਦੇ ਕਰਕੇ 75% ਦੀ ਸਰੀਰ ਇਹਨਾਂ ਦਾ ਅਪਾਹਜ ਹੋ ਗਿਆ। ਤੇ ਮੇਰਾ ਖਿਆਲ ਹੈ ਵੀ 12-13 ਸਾਲ ਜੀ ਇਹ ਬੈੱਡ ਦੇ ਉੱਤੇ ਬਿਸਤਰੇ ਦੇ ਉੱਤੇ ਪਏ ਰਹੇ ਆ ਜੀ, ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਤੇ ਧੌਣ ਤੋਂ ਹੇਠਲਾ ਹਿੱਸਾ ਬਿਲਕੁਲ ਕੰਮ ਨਹੀਂ ਕਰਦਾ, ਸਰੀਰ ਆ ਜਿਹੜਾ ਉਹ ਨਕਾਰਾ ਹੋ ਚੁੱਕਿਆ। ਤੇ ਮੇਰਾ ਖਿਆਲ ਵੀ ਇਸ ਥਾਂ ਤੋਂ ਹੇਠਲਾ ਹਿੱਸਾ ਜਿਹੜਾ ਉਹ ਬਿਲਕੁਲ ਕੰਮ ਨਹੀਂ ਕਰਦਾਗਾ, ਲੱਤਾਂ ਨਹੀਂ ਕੰਮ ਕਰਦੀਆਂ, ਸਰੀਰ ਦੇ ਕਈ ਹਿੱਸੇ ਨਹੀਂ ਕੰਮ ਕਰਦੇ। ਪਰ ਇਹ ਫੇਰ ਵੀ ਆਪਣੀ ਜਿਹੜੀ ਬਿਜਲਈ ਸਾਈਕਲ ਹੁੰਦਾ, ਇਲੈਕਟ੍ਰਿਕ ਹੁੰਦੀ, ਬੈਟਰੀ ਵਾਲਾ ਹੁੰਦਾ ਜਿਹੜਾ, ਉਹਦੇ ਰਾਹੀਂ ਤੇ ਜਮੈਟੋ ਦੇ ਨਾਲ ਜੁੜ ਕੇ ਜੀ ਤੇ ਲੋਕਾਂ ਦੇ ਘਰਾਂ ਤੱਕ ਭੋਜਨ ਪਹੁੰਚਾਉਣ ਦਾ ਕੰਮ ਕਰਦਾ। ਬਿਲਕੁਲ। ਉਹ ਕਹਿੰਦਾ ਵੀ ਯਾਰ ਮੈਂ ਕਿਸੇ ਦਾ ਮੁਤਾਜ ਥੋੜੀ ਆ, ਮੈਂ ਕਿਸੇ ਤੋਂ ਐ ਥੋੜੀ ਕਰਨਾ, ਕਿਆ ਬਾਤ, ਮੈਂ ਕੰਮ ਕਰੂੰਗਾ, ਮੈਂ ਕਿਰਤ ਕਰੂੰਗਾ। ਮੇਰਾ 75% ਦੀ ਸਰੀਰ ਨਕਾਰਾ ਕੁਛ ਨਹੀਂ ਹੁੰਦਾਗਾ, ਮੈਂ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਟੁੱਕ ਪਹੁੰਚਾਉਣਾ ਤੇ ਮੇਰੇ 2 ਬੱਚੇ ਉਹ ਕਹਿੰਦਾ ਤੇ ਮੇਰਾ ਪਰਿਵਾਰ ਪਲਦਾ ਇਹਦੇ ਨਾਲ। ਕਿਆ ਬਾਤ। ਤੇ ਕਹਿੰਦਾ ਮੈਂ ਪਰਿਵਾਰ ਪਾਲਣਾ ਆਖਰੀ ਸਾਹ ਤੱਕ। ਬਹੁਤ ਖੂਬ। ਇਹ ਵੀ ਇੱਕ ਜਜ਼ਬਾ ਹੈ, ਇਹ ਆ ਅਸਲ ਗਦਰ ਮਚਾਉਣ ਵਾਲੇ, ਇਹ ਆ ਗਦਰ ਦੇ ਪ੍ਰਤੀਕ। ਜੀ ਇਹਨਾਂ ਨੇ ਕੀਤੀ ਕਮਾਲ। ਬਿਲਕੁਲ ਇਹ ਸਹੀ। ਭਾਵੇਂ 200 ਕਰੋੜੀ ਕਲੱਬ ਦੇ ਵਿੱਚ ਸ਼ਾਮਲ ਕਦੇ ਨਾ ਹੋਣ, ਪਰ ਇਹ ਦਿਲਾਂ ਦੇ ਵਿੱਚ ਵਸਣ ਵਾਲੇ ਕਲੱਬਾਂ 'ਚ ਸ਼ਾਮਲ ਹੋ ਜਾਂਦੇ ਆ। ਬਿਲਕੁਲ ਸਹੀ। ਤੁਸੀਂ ਵੇਖੋ ਕਿ ਇਹੋ ਜਿਹਾ ਜਜ਼ਬਾ ਹਰ ਕਿਸੇ ਦੇ ਅੰਦਰ ਚਾਹੀਦਾ ਟਾਣਾ ਸਾਹਿਬ। ਬਹੁਤੀ ਵਾਰ ਬੰਦਾ ਢੇਰੀ ਢਾ ਜਾਂਦਾ ਵੀ ਨਹੀਂ ਹੁਣ ਕੁਝ ਨਹੀਂ ਹੋ ਸਕਦਾ, ਮੈਂ ਕੁਝ ਨਹੀਂ ਕਰ ਸਕਦਾ, ਪਰ ਹਿੰਮਤ ਕਰੋ ਤਾਂ ਕੀ ਨਹੀਂ ਹੋ ਸਕਦਾ। ਹਿੰਮਤ ਦੇ ਅੱਗੇ ਤਾਂ ਸਭ ਕੁਝ ਹੋ ਸਕਦਾ ਹੈ। ਸੋ ਇਸ ਲਈ ਇਸ ਨੌਜਵਾਨ ਨੂੰ ਦਿਲੋਂ ਸਲਾਮ ਹੈ ਕਿ ਆਪਣੇ ਪਰਿਵਾਰ ਦੇ ਲਈ, ਆਪਣੇ ਆਪ ਦੇ ਲਈ ਇੰਨਾ ਕੁਝ ਕਰ ਰਹੇ ਨੇ। ਬਿਲਕੁਲ। ਮੇਰੇ ਨਾ ਮਨ ਦੇ ਵਿੱਚ ਉਹਦਾ ਬੜਾ ਸਤਿਕਾਰ ਪੈਦਾ ਹੁੰਦਾ ਹਰਮਨ ਜੀ, ਵੀ ਜਦੋਂ ਮੀਂਹ ਆ ਜਾਂਦਾ, ਬੜਾ ਤੇਜ਼ ਮੀਂਹ ਹੋਵੇ, ਤੇ ਫਿਰ ਆਪਾਂ ਭੱਜ ਕੇ ਜਿੱਥੇ ਵੀ ਕੋਈ ਸ਼ੈੱਡ ਜਾ ਮਿਲੇ, ਕਿਤੇ ਵੀ ਜਿੱਥੇ ਮੀਂਹ ਦੀ ਕਣੀ ਨਾ ਆਪਣੇ ਵੱਜੇ, ਤੇ ਆਪਾਂ ਉੱਥੇ ਖੜ ਜਾਂਦੇ ਆ। ਤੇ ਉਦੋਂ ਫਿਰ 2 ਪਹੀਆ ਵਾਹਨ ਵੀ ਨਾ ਮੱਤਰ ਜਾਂਦੇ ਹੁੰਦੇ ਆ, ਸਾਈਕਲ ਵਾਲੇ ਵੀ ਰੁਕ ਜਾਂਦੇ ਆ, ਕਾਰਾਂ ਵਾਲੇ, ਜੀਪਾਂ ਵਾਲੇ, ਬੱਸਾਂ ਵਾਲੇ ਉਹੀ ਜਾਂਦੇ ਵੀ ਉਹਨਾਂ ਦੇ ਉੱਤੇ ਕਿਹੜਾ ਕਣੀ ਪੈਣੀ ਆ। ਪਰ ਮੈਂ ਕਈ ਵਾਰ ਵੇਖਦਾ ਵੀ ਜਿਹੜੇ ਇੱਕ ਤੋਂ ਦੂਜੀ ਥਾਂ ਤੱਕ ਭੋਜਨ ਪਹੁੰਚਾਉਣ ਵਾਲੇ ਮੁੰਡੇ ਕੁੜੀਆਂ ਹੁੰਦੇ ਆ, ਉਹ ਉਸ ਮੀਂਹ ਦੇ ਵਿੱਚ ਵੀ ਰੇਨਕੋਟ ਪਾ ਕੇ ਜਾ ਰਹੇ ਹੁੰਦੇ। ਬਹੁਤ ਖੂਬ। ਉਹਨਾਂ ਨੇ ਵੇਲੇ ਸਿਰ ਭੋਜਨ ਪਹੁੰਚਾਉਣਾ ਹੁੰਦਾ। ਵੀ ਯਾਰ ਤੁਹਾਡੇ ਜਜ਼ਬੇ ਨੂੰ ਸਲਾਮ। ਜੀ ਸਹੀ। ਇਹ ਤੁਸੀਂ ਸੱਚੀ ਮੁੱਚੀ ਕਿਰਤ ਕਮਾਲ ਦੀ ਕਰਦੇ ਆ। ਬਿਲਕੁਲ ਸਹੀ ਹੈ। ਇਹੋ ਜਿਹੇ ਲੋਕਾਂ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਣਾ ਚਾਹੀਦਾ ਟਾਣਾ ਸਾਹਿਬ। ਅਸਲ ਦੇ ਵਿੱਚ ਤਾਂ ਰੋਟੀ ਖਾਤਰ ਹੀ ਬੰਦਾ ਭੱਜਿਆ ਫਿਰਦਾ ਹੈ ਨਾ। ਹਾਂ, ਇਹ ਰੋਟੀ ਦੂਜੇ ਬਹੁਤ ਤੱਕ ਰੋਟੀ ਪਹੁੰਚਾ ਕੇ ਤੇ ਆਪਦੀ ਰੋਟੀ ਵੀ ਚੱਲਦੀ ਆ, ਉਹ ਇਸ ਗੱਲ ਨੂੰ ਆਪਣੇ ਖਿਆਲ ਦੇ ਵਿੱਚ ਰੱਖਦੇ ਆ। ਬਿਲਕੁਲ ਸਹੀ ਹੈ। ਸੋ ਖੈਰ ਆਪਾਂ ਹੁਣ ਚੱਲੀਏ ਟਾਣਾ ਸਾਹਿਬ। ਸਾਡੇ ਜਾਣਦਾ ਹੋ ਗਿਆ ਜੀ ਵੇੜਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ।